ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ, ਅਮਰਦਾਸ ਪਦ ਬੰਦ। ਰਾਮਦਾਸ ਅਰਜੁਨ ਗੁਰੂ, ਬਰ ਸ਼੍ਰੀ ਹਰਗੋਬਿੰਦ। ਹਰਿ ਰਾਇ ਹਰਿ ਕ੍ਰਿਸ਼ਨ ਗੁਰ, ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਬਿੰਦ। ਏਕੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕਹਿ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਾਈ। ਚਾਰ ਘੜੀ ਜਬ ਦਿਨੁ ਚਰਿਓ, ਸਿੱਖ ਉਜੈਨੀ ਲਿਆਵਨ ਕਰਿਓ। ਚੌਪਾਈ। ਚਾਰ ਘੜੀ ਜਬ ਦਿਨੁ ਚਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੇ, ਗੁਰੂ ਸਵਾਰੀ ਸਾਧ ਸੰਗਤ ਜੀਓ। ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਏ ਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਬਾਣੀ ਗੁਰੂ, ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰਦੁਆਰਾ ਸ਼ਹੀਦਾਂ ਤਲਣ ਸਾਹਿਬ ਜਲੰਧਰ ਵਿਖੇ ਸੰਧਿਆ ਦੇ ਸਮੇਂ ਦੀਵਾਨ ਵਿੱਚ ਹਾਜ਼ਰੀਆਂ ਭਰਨ ਦਾ ਆਪਾਂ ਸਭਨਾਂ ਨੂੰ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੇ ਸਜੇ ਹੋਏ ਸੁੰਦਰ ਦੀਵਾਨ ਦੌਰਾਨ ਗੁਰੂ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਹੋਇਆ ਹੈ। ਉਪਰੰਤ ਰਹਿਰਾਸ ਸਾਹਿਬ ਦੇ ਪਾਠ ਗੁਰੂ ਕੇ ਗ੍ਰੰਥੀ ਸਿੰਘਾਂ ਨੇ ਸਰਬੱਤ ਸੰਗਤਾਂ ਨੂੰ ਸਰਵਣ ਕਰਵਾਏ ਹਨ। ਅਸਥਾਨ ਦੀ ਨਿੱਤਾ ਪ੍ਰਤੀ ਦੀ ਮਰਿਆਦਾ ਦੇ ਮੁਤਾਬਕ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਕਥਾ, ਜੋ ਸਤਿਗੁਰਾਂ ਦਾ ਸੁੰਦਰ ਇਤਿਹਾਸ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਨੇ ਆਪਣੇ ਕਰ ਕਮਲਾ ਦੁਆਰਾ ਲਿਖਿਆ ਹੈ, ਤਿਸ ਦੀ ਕਥਾ ਆਪਾਂ ਲੜੀਵਾਰ ਨਿੱਤਾ ਪ੍ਰਤੀ ਸਰਵਣ ਕਰਦੇ ਹਾਂ। ਬੇਨਤੀ ਹੈ ਸਮੂਹ ਸੰਗਤਾਂ ਨੂੰ ਕਿ ਜਿੱਥੋਂ ਤੱਕ ਆਵਾਜ਼ ਜਾਂਦੀ ਹੈ, ਤੁਸੀਂ ਦੂਰ ਦਰਾਡਿਆਂ ਤੋਂ, ਨਗਰ ਦੀਆਂ ਸੰਗਤਾਂ ਵੀ ਔਰ ਇਲਾਕਾ ਨਿਵਾਸੀ ਸੰਗਤਾਂ ਵੀ, ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਪਹੁੰਚਦੇ ਹੋ।
ਸੋ ਜਿੰਨੇ ਮਾਈ ਭਾਈ ਪਹੁੰਚੇ ਹੋ ਉਹ ਗੁਰਦਰਬਾਰ ਵਿੱਚ ਆ ਕੇ ਜੁੜ ਬੈਠਣ ਦੀ ਕਿਰਪਾਲਤਾ ਕਰੋ, ਤਾਂ ਜੋ ਸਤਿਗੁਰਾਂ ਦੇ ਸਰਗੁਣ ਸਰੂਪ ਦੀ ਸੋਹਣੀ ਕਥਾ ਦਾ ਆਨੰਦ ਮਾਣ ਕੇ ਸਤਿਗੁਰਾਂ ਦੇ ਜੀਵਨ ਇਤਿਹਾਸ ਤੋਂ ਵਾਕਫ ਹੋਈਏ। ਔਰ ਸਤਿਗੁਰੂ ਸਾਹਿਬ ਜੀ ਨੇ ਜਿਵੇਂ ਸਰੀਰਕ ਜਾਮਿਆਂ ਵਿੱਚ ਵਿਚਰਦਿਆਂ ਹੋਇਆਂ ਕੌਤਕ ਵਰਤਾਏ, ਉਪਦੇਸ਼ ਬਖਸ਼ਿਸ਼ ਕੀਤੇ ਹਨ, ਉਹਨਾਂ ਉਪਦੇਸ਼ਾਂ ਨੂੰ ਧਾਰਨ ਕਰਕੇ ਹਿਰਦੇ ਦੇ ਵਿੱਚ ਵਸਾਈਏ। ਜਿਹੜੀਆਂ ਵੀ ਸੰਗਤਾਂ ਗੁਰੂ ਕੀ ਬਾਣੀ ਦੇ ਜਾਪਾਂ ਦੀ ਸੇਵਾ ਲਈ, ਅਖੰਡ ਪਾਠ ਸਾਹਿਬ ਦੀ ਸੇਵਾ ਦੇ ਲਈ ਜਾਂ ਯਾਤਰਾ ਦਰਸ਼ਨ ਦੀਦਾਰੇ ਕਰਨ ਦੇ ਲਈ ਪਹੁੰਚੇ ਹੋ, ਸਾਰੇ ਗੁਰਦਰਬਾਰ ਵਿੱਚ ਆ ਕੇ ਜੁੜੋ। ਆਪਾਂ ਸਰਵਣ ਕਰ ਰਹੇ ਸੀ ਸਤਿਗੁਰੂ ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਜਦੇ ਹਨ। ਔਰ ਸਤਿਗੁਰਾਂ ਦੇ ਚਰਨਾਂ ਵਿੱਚ ਬੇਅੰਤ ਗੁਰੂ ਕੀਆਂ ਸੰਗਤਾਂ, ਉੱਥੇ ਭਾਈ ਹਰਗੋਪਾਲ, ਭਾਈ ਵਿਸ਼ੰਬਰ ਦਾਸ ਉਜੈਨਪੁਰੀਆ ਸਿੱਖ, ਇਹਦੀਆਂ ਦੋਵੇਂ ਘਰ ਵਾਲੀਆਂ, ਅਤੇ ਇਸੇ ਪ੍ਰਕਾਰ ਇਹਨਾਂ ਦੇ ਨਾਲ ਭਾਈ ਧਿਆਨ ਸਿੰਘ ਮਾਜਰੀ ਨਗਰ ਦਾ ਰਹਿਣ ਵਾਲਾ ਚਮਕੌਰ ਸਾਹਿਬ ਦੇ ਨੇੜੇ, ਉਹ ਸਿੱਖ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਹੈ। ਸੋ ਸਤਿਗੁਰਾਂ ਨੇ ਇਹਨਾਂ ਸਭਨਾਂ ਨੂੰ ਨਿਹਾਲ ਕੀਤਾ ਹੈ। ਇਹਨਾਂ ਨੂੰ ਨਿਹਾਲ ਕਰਨ ਤੋਂ ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਜਿਵੇਂ ਇਹਨਾਂ ਨੂੰ ਰੁਖਸਤ ਕਰਦੇ ਆ, ਵਿਦਾਇਗੀ ਦਿੰਦੇ ਆ, ਉਹ ਇਤਿਹਾਸ ਚੱਲ ਰਿਹਾ ਸੀ ਭਾਈ ਵਿਸ਼ੰਬਰ ਦਾਸ, ਭਾਈ ਹਰਗੋਪਾਲ ਨੂੰ। ਸੋ ਉਹ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਸਰਵਣ ਕੀਤਾ ਹੈ। ਅਤੇ ਨਾਲ ਹੀ ਜੋ ਥੋੜ੍ਹਾ ਜਿਹਾ ਇੱਥੇ ਅਜੀਬੋ ਗਰੀਬ ਜੀ ਸਾਖੀ ਬਣ ਗਈ ਆ ਕੇ, ਅਤੇ ਆਪ ਜੀ ਨੂੰ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਗੁਰ ਇਤਿਹਾਸ ਜਿਹੜਾ ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਇਹਦਾ ਬੇਸਿਕ ਜਾਂ ਇਹਦਾ ਮੂਲ ਜਾਂ ਜਿਸ ਵਸਤੂ ਨੂੰ ਉਹਨਾਂ ਨੇ ਆਧਾਰ ਬਣਾਇਆ, ਜਿਸ ਪੁਸਤਕ ਨੂੰ, ਜਨਮ ਸਾਖੀ ਨੂੰ, ਉਸ ਜਨਮ ਸਾਖੀ ਦੇ ਵਿੱਚ ਗੁਰੂ ਘਰ ਦੇ ਵਿਰੋਧੀਆਂ ਨੇ, ਹੰਧਾਲੀਆਂ ਨੇ, ਅਤੇ ਕਈਆਂ ਨੇ ਹੋਰ ਕੁਝ ਰਲਾ ਪਾ ਦਿੱਤੇ ਸਨ, ਕੁਝ ਮਨੋਕਲਪਿਤ ਗੱਲਾਂ ਆਪਣੇ ਵੱਲੋਂ ਲਿਖ ਦਿੱਤੀਆਂ ਆਪਣੀ ਮਨੋਰਥ ਸਿੱਧੀ ਦੇ ਲਈ। ਸੋ ਉਸ ਵਿਚਾਰ ਨੂੰ ਆਪਾਂ ਨਾਲ ਸਮਝ ਕੇ ਚੱਲ ਰਹੇ ਹਾਂ, ਕਿਉਂਕਿ ਬਹੁਤ ਵੱਡੀ ਘਾਲਣਾ ਹੈ, ਬਹੁਤ ਵੱਡਾ ਇਤਿਹਾਸ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸਤਿਗੁਰਾਂ ਦੇ ਜੀਵਨ ਦਾ ਲਿਖਿਆ। ਇਹਦੇ ਵਿੱਚ ਕਈ ਚੀਜ਼ਾਂ ਉਹਨਾਂ ਨੇ, ਕਈ ਸਾਖੀਆਂ, ਕਈ ਇਤਿਹਾਸਕ ਪ੍ਰਸੰਗ ਉਹਨਾਂ ਨੇ ਜਨਮ ਸਾਖੀ ਦਾ ਤਰਜਮਾ ਕਰਦਿਆਂ, ਉਲੱਥਾ ਕਰਦਿਆਂ ਜਿਉਂ ਦੇ ਤਿਉਂ ਲਿਖ ਦਿੱਤੇ ਹੈ। ਅਤੇ ਜਨਮ ਸਾਖੀਆਂ ਵਿੱਚ ਕਿਉਂਕਿ ਪਹਿਲਾਂ ਬੇਨਤੀ ਕੀਤੀ ਹੈ ਕਿ ਕੁਝ ਕੁ ਇਸ ਤਰ੍ਹਾਂ ਦਾ ਰਲਾ ਪੈਦਾ ਹੋ ਗਿਆ, ਕੁਝ ਮਨ ਘੜਤ ਗੱਲਾਂ ਆਪਣੇ ਵੱਲੋਂ ਉਹ ਲਿਖਾਰੀਆਂ ਨੇ ਪਾ ਦਿੱਤੀਆਂ ਬਾਅਦ ਵਿੱਚ, ਜਿਹਦਾ ਕਰਕੇ ਸੰਗਤ ਵੀ ਕਈ ਵਾਰ ਸ਼ੰਕੇ ਵਿੱਚ ਪੈ ਜਾਂਦੀ ਹੈ, ਅਤੇ ਪੜ੍ਹਨ ਸੁਣਨ ਵਾਲੇ ਸਾਰਿਆਂ ਨੂੰ ਹੀ ਸ਼ੰਕਾ ਹੋ ਜਾਂਦਾ। ਉਹ ਕਈ ਵਾਰੀ ਕਿਸਮਤ ਮਾੜੀ ਹੋਵੇ ਤਾਂ ਸ਼ੰਕਾ ਗੁਰੂ ਸਾਹਿਬਾਂ 'ਤੇ ਵੀ ਹੋ ਜਾਂਦਾ ਹੈ, ਕਈ ਵਾਰੀ ਲਿਖਾਰੀਆਂ 'ਤੇ ਹੋ ਜਾਂਦਾ ਹੈ, ਅਤੇ ਕਈ ਵਾਰੀ ਆਪਾਂ ਅਣਜਾਣੇ ਦੇ ਵਿੱਚ ਇਹ ਸਮੁੱਚੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਰੱਦ ਕਰਨ ਦੀਆਂ ਗੱਲਾਂ ਵੀ ਕਰਨ ਲੱਗ ਪੈਂਦੇ ਆ। ਸੋ ਜਿਵੇਂ ਦੁੱਧ ਦੇ ਵਿੱਚ ਮੱਖੀ ਡਿੱਗ ਪਵੇ, ਘੀ ਆਦਿਕ ਦੇ ਵਿੱਚ, ਆਪਾਂ ਉਹਨੂੰ ਸਾਰੇ ਨੂੰ ਤਾਂ ਨਹੀਂ ਰੋੜ ਦੇਣਾ, ਉਹਦੇ ਵਿੱਚੋਂ ਮੱਖੀ ਕੱਢ ਦਈਦੀ ਹੈ ਅਤੇ ਉਹ ਦੁੱਧ ਘਿਓ ਨੂੰ ਵਰਤ ਲੈਂਦੇ। ਇਸੇ ਪ੍ਰਕਾਰ ਗੁਰ ਇਤਿਹਾਸ ਦੇ ਵਿੱਚ ਜਿੱਥੇ ਜਿੱਥੇ ਕਿਤੇ ਕੋਈ ਮਨਮਤੀ ਸਾਖੀਆਂ ਘਸੋੜ ਦਿੱਤੀਆਂ ਗਈਆਂ, ਮਿਲਾ ਦਿੱਤੀਆਂ ਗਈਆਂ, ਰਲਾਵਟ ਕਰ ਦਿੱਤੀ ਗਈ ਆਪਣੀ ਮਨੋਰਥ ਸਿੱਧੀ ਵਾਸਤੇ, ਇਸ ਪ੍ਰਕਾਰ ਦਾ ਕੋਈ ਰਲਾ ਪੈਦਾ ਹੋਇਆ ਜਿੱਥੇ ਦਿਖਿਆ, ਉਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਉਹਨਾਂ ਨੇ ਇਹ ਟੂਕਾਂ ਹੇਠਾਂ ਲਿਖ ਦਿੱਤੀਆਂ, ਪ੍ਰਿਆਏ ਲਿਖ ਦਿੱਤੇ, ਫੁੱਟਨੋਟ ਲਿਖ ਦਿੱਤੇ ਕਿ ਇਹ ਚੀਜ਼ਾਂ ਗੁਰਮਤ ਅਨੁਸਾਰ ਨਹੀਂ ਹਨ। ਸੋ ਆਪਾਂ ਵੀ ਕੱਲ੍ਹ ਤੋਂ ਇਹ ਸਮਝ ਕੇ ਚੱਲ ਰਹੇ ਹਾਂ। ਅੱਗੇ ਵੀ ਜਿਵੇਂ ਅੱਜ ਦੀ ਇਸ ਇਤਿਹਾਸਕ ਸਾਖੀ ਵਿੱਚ, ਇਤਿਹਾਸਕ ਪ੍ਰਸੰਗ ਵਿੱਚ ਕਈ ਗੱਲਾਂ ਗੁਰਮਤ ਤੋਂ ਉਲਟ ਆਉਣਗੀਆਂ, ਪਰ ਆਪਾਂ ਉਹਨਾਂ ਦਾ ਨਾਲ ਗੁਰੂ ਕੀ ਬਖਸ਼ੀ ਮੱਤ ਅਨੁਸਾਰ ਨਿਰਣੈ ਕਰਦੇ ਜਾਵਾਂਗੇ। ਸੋ ਆਓ ਹੁਣ ਆਪਾਂ ਅੱਗੇ ਸਤਿਗੁਰਾਂ ਦਾ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ ਚੌਪਾਈ, ਚਾਰ ਘਟੀ ਜਬ ਦਿਨੁ ਚਰਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ
ਉਸ ਵੇਲੇ ਆਪਣੇ ਦੀਵਾਨ ਦੇ ਵਿੱਚੋਂ ਉੱਠ ਕੇ ਆਪਣੇ ਨਿੱਜ ਅਸਥਾਨਾਂ 'ਤੇ ਚਲੇ ਗਏ। ਰਾਤ ਹੋਈ ਤੇ ਰਾਤ ਨੂੰ ਭਾਈ ਰਾਮ ਕੋਇਰ ਜੀ, ਜਿਹੜੇ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਦੇ ਵਿੱਚੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਵਾਂਗ ਹੀ ਬ੍ਰਹਮ ਗਿਆਨੀ ਬੀਤਰਾਗ ਸਿੱਖ ਸਨ, ਸਰੀਰਕ ਅਵਸਥਾ ਤੋਂ ਉੱਪਰ ਉੱਠ ਚੁੱਕੇ। ਇਸ ਮਹਾਂਪੁਰਸ਼ ਦੀ ਬਾਬਤ ਵੀ ਕਈ ਗੱਲਾਂ ਇੱਥੇ ਆਪਾਂ ਨੂੰ ਗਲਤ ਲਿਖੀਆਂ ਮਿਲਣਗੀਆਂ, ਜਿਹੜੀਆਂ ਗੁਰਮਤ ਅਨੁਸਾਰ ਢੁਕਦੀਆਂ ਨਹੀਂ। ਉਹ ਜਿਵੇਂ ਜਿਵੇਂ ਆਵੇਗਾ ਆਪਾਂ ਅੱਗੇ ਨਾਲ ਨਾਲ ਵਿਚਾਰਾਂਗੇ। ਸੋ ਭਾਈ ਰਾਮ ਕੋਇਰ ਜੀ ਇੱਥੇ ਕਹਿ ਰਹੇ ਹੈ, ਜਿਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਸਾਹਿਬ ਨੇ ਨਾਮ ਗੁਰਬਖਸ਼ ਸਿੰਘ ਵੀ ਰੱਖਿਆ ਸੀ। ਭਾਈ ਰਾਮ ਕੋਇਰ ਜੀ ਕਹਿ ਰਹੇ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਮੈਨੂੰ ਕਿਹਾ ਰਾਤ ਨੂੰ ਆਪਣੇ ਨਿੱਜ ਸਥਾਨਾਂ ਵੱਲ ਜਾਂਦਿਆਂ ਹੋਇਆਂ ਕਿ ਸਵੇਰੇ ਅੰਮ੍ਰਿਤ ਵੇਲੇ ਤੁਸੀਂ ਉਹ ਉਜੈਨਪੁਰੀ ਵਾਸੀ ਸਿੱਖ ਭਾਈ ਵਿਸ਼ੰਬਰ ਦਾਸ ਤੇ ਉਹਦੇ ਸਮੁੱਚੇ ਪਰਿਵਾਰ ਨੂੰ ਦਰਬਾਰ ਵਿੱਚ ਬੁਲਾ ਕੇ ਲਿਆਉਣਾ ਹੈ। ਤੇ ਇਸ ਪ੍ਰਕਾਰ ਕਹਿੰਦੇ ਰਾਤ ਬਤੀਤ ਹੋਈ। ਜਦੋਂ ਰਾਤ ਬਤੀਤ ਹੋ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਰਾਤ ਬਤੀਤ ਹੋ ਕੇ ਜਦੋਂ ਇਹ ਭਾਈ ਰਾਮ ਕੋਇਰ ਜੀ ਦੱਸ ਰਹੇ ਹੈ, ਕਹਿੰਦੇ 4 ਘਟੀ ਜਬ ਦਿਨ ਹੂੰ ਚਰਿਓ, 4 ਘੜੀਆਂ ਜਿਸ ਵੇਲੇ ਦਿਨ ਦਾ ਚੜ੍ਹਾ ਹੋਇਆ, ਸਿੱਖ ਉਜੈਨੀ ਲਿਆਵਨ ਕਰਿਓ। ਤੇ ਭਾਈ ਰਾਮ ਕੋਇਰ ਜੀ ਕਹਿੰਦੇ ਮੈਂ ਸਤਿਗੁਰਾਂ ਦੇ ਬਚਨ ਦੇ ਮੁਤਾਬਕ ਉਹ ਉਜੈਨੀ ਸਿੱਖ ਦੇ ਡੇਰੇ ਗਿਆ, ਜਿੱਥੇ ਉਹਨੇ ਟਿਕਾਣਾ ਕੀਤਾ ਹੋਇਆ ਸੀ। ਸੋ ਉਹਨੂੰ ਬੁਲਾ ਕੇ ਨਾਲ ਲੈ ਆਇਆ। ਸੋ ਉਹ ਆਪਣੀਆਂ ਸਾਰੀਆਂ ਇਸਤਰੀਆਂ, ਦੋਵੇਂ ਘਰ ਵਾਲੀਆਂ ਨੂੰ ਅਤੇ ਪੁੱਤਰ ਵਿਸ਼ੰਬਰ ਦਾਸ ਨੂੰ ਨਾਲ ਲੈ ਕੇ ਬੈਠੇ ਗੁਰਨਾਥ ਤੇ ਸਤਿਗੁਰਾਂ ਦੇ ਦਰਬਾਰ ਵਿੱਚ ਪਹੁੰਚ ਗਿਆ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਸਨ, ਬਿਰਾਜਮਾਨ ਸਨ। ਰਜਤ ਪਨ ਸ਼ਾਹ ਜਹਾਨੀ। ਤੇ ਇਹਨੇ ਆਪਣੇ ਕੋਲੋਂ ਫਿਰ ਸਤਿਗੁਰੂ ਜੀ ਦੀ ਭੇਟਾ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜਿਹੜਾ ਦਸਵੰਧ ਸੇਵਾ ਰੱਖੀ, ਉਹ ਜਿਹੜੇ ਸ਼ਾਹਜਹਾਨੀ ਰਜਤਪਣ ਨਾਮ ਹੈ ਰੁਪਈਆਂ ਦਾ, ਚਾਂਦੀ ਦੇ ਰੁਪਈਆਂ ਦਾ। ਸੋ ਕਹਿੰਦੇ ਇਹਨੇ ਉਹ ਸ਼ਾਹਜਹਾਨੀ ਰੁਪਈਏ ਸਤਿਗੁਰੂ ਦੀ ਭੇਟਾ ਰੱਖੇ। ਘਰੇ 1000 ਬੰਦਨਾ ਠਾਨੀ। ਕਹਿੰਦੇ 1000 ਰੁਪਈਆ ਇਹਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਰੱਖ ਕੇ ਸਤਿਗੁਰੂ ਨੂੰ ਬੰਦਨਾ ਕੀਤੀ, ਨਮਸਕਾਰ ਕੀਤੀ। ਸੁਤ ਜੋਤਲੇ ਗੁਰ ਖੁਸ਼ੀ ਕਨੇਰੀ। ਸੋ ਆਪਣੇ ਪੁੱਤਰ ਦੇ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬਹੁਤ ਖੁਸ਼ੀਆਂ ਪ੍ਰਾਪਤ ਕੀਤੀਆਂ। ਸਤਿਗੁਰੂ ਜੀ ਤੋਂ ਆਗਿਆ ਲੈ ਕੇ, ਸਤਿਗੁਰੂ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਕੇ ਵਿਸ਼ੰਬਰ ਦਾਸ ਉਸ ਵੇਲੇ ਵਿਦਾਇਗੀ ਲੈਣ ਲੱਗਿਆ। ਹਾਂ, ਜਦੋਂ ਕਹਿੰਦੇ ਇਹ ਵਿਦਾਇਗੀ ਲੈ ਕੇ ਜਾਣ ਲੱਗੇ ਤੇ ਇਹਦੀ ਜੁਗਤੀ ਭਾਵ ਵਿਸ਼ੰਬਰ ਦਾਸ ਦੀ ਘਰ ਵਾਲੀ ਉਹ ਅੰਦਰ ਗੁਰੂ ਕੇ ਮਹਿਲਾਂ ਵਿੱਚ ਚਲੇ ਗਏ। ਗੁਰ ਮਹਿਲਾ ਕੋ ਦਰਸਤ ਭਈ। ਉਹ ਸਤਿਗੁਰਾਂ ਦੇ ਘਰ ਦੇ ਵਿੱਚ ਜਾ ਕੇ ਗੁਰੂ ਕੇ ਮਹਿਲ ਜਿੱਥੇ ਬਿਰਾਜਮਾਨ ਸਨ ਮਾਤਾ ਜੀਤ ਕੌਰ ਜੀ, ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾ ਕੌਰ ਜੀ, ਸੋ ਉਹਨਾਂ ਦੇ ਪਾਸ ਅੰਦਰ ਚਲੇ ਗਈ। ਹਾਂ, ਗੁਰੂ ਕੇ ਮਹਿਲਾਂ ਦੇ ਭਾਵ ਗੁਰੂ ਕੀਆਂ ਪਤਨੀਆਂ ਦੇ ਇਹਨਾਂ ਨੇ ਜਾ ਕੇ ਦਰਸ਼ਨ ਕੀਤੇ ਵਿਸ਼ੰਬਰ ਦਾਸ ਦੀ ਘਰ ਵਾਲੀ ਨੇ, ਔਰ ਦਰਬ ਉਪਾਇਨ ਧਰ ਕਰ ਆਗੀ। ਜਿਹੜੀਆਂ ਮਾਤਾਵਾਂ ਸਨ ਸਤਿਗੁਰੂ ਸਾਹਿਬ ਜੀ ਦੇ ਮਹਿਲ, ਉਹਨਾਂ ਦੇ ਅੱਗੇ ਵੀ ਧਨ ਰੱਖ ਕੇ ਬੜੇ ਪ੍ਰੇਮ ਦੇ ਨਾਲ ਇਹਨੇ ਨਮਸਕਾਰ ਕੀਤੀ। ਸ਼ਰਧਾ ਜੁਤ ਪਦ ਪੰਕਜ ਲਾਗੇ। ਬਹੁਤ ਹੀ ਸ਼ਰਧਾ ਦੇ ਜੁਤ ਸ਼ਰਧਾ ਦੇ ਨਾਲ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ। ਚੱਲਣ ਸਮੇਂ ਸਤਿਗੁਰ ਢਿੱਗ ਆਏ। ਹਾਂ, ਫਿਰ ਉੱਥੋਂ ਬਾਹਰ ਆ ਕੇ ਵਾਪਸੀ ਤੇ ਜਦੋਂ ਜਾਣ ਲੱਗੇ ਨੇ ਉਜੈਨਪੁਰੀ ਵੱਲ ਨੂੰ, ਤੇ ਸਤਿਗੁਰਾਂ ਦੇ ਕੋਲ ਆ ਗਈ। ਨਾਮ ਮਦਨਵੰਤੀ ਹਰਿ ਖਾਏ। ਜਿਹਦਾ ਨਾਮ ਮਦਨਵੰਤੀ ਇਤਿਹਾਸ ਦੇ ਵਿੱਚ ਆਉਂਦਾ ਹੈ। ਵਿਸ਼ੰਬਰ ਦਾਸ ਦੀ ਪਤਨੀ
ਮਦਨਵੰਤੀ ਬੜੀ ਖੁਸ਼ ਹੋ ਕੇ ਚਰਨ ਕਮਲ ਪਾਰ ਨਿਜ ਸਿਰ ਧਰਿਓ। ਸਤਿਗੁਰੂ ਜੀ ਦੇ ਕਮਲਾਂ ਵਰਗੇ ਪਵਿੱਤਰ ਚਰਨਾਂ ਦੇ ਉੱਤੇ ਇਹਨੇ ਆਪਣਾ ਸੀਸ ਟਿਕਾ ਦਿੱਤਾ ਅਸਰਨ ਕੋ ਜਲ ਉੱਪਰ ਭਰਿਓ। ਤੇ ਬੈਰਾਗ ਵਿੱਚ ਸਤਿਗੁਰਾਂ ਦੇ ਵਿਛੋੜੇ ਦੇ ਵਿੱਚ ਵਿਹਬਲ ਹੋਈ ਨੇ ਇਹਨੇ ਅਸ਼ਰਨ ਕੋ ਅਥਰੂਆਂ ਦੇ ਨਾਲ ਹੰਝੂਆਂ ਦੇ ਨਾਲ ਸਤਿਗੁਰਾਂ ਦੇ ਚਰਨ ਧੋ ਦਿੱਤੇ। ਸਤਿਗੁਰ ਰਹੇ ਹਟਾਏ ਪਛੇਰੇ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਹਿੰਦੇ ਉਸ ਵੇਲੇ ਉਹਨੂੰ ਹਟਾਇਆ ਵਰਜਿਆ ਤੇ ਚਰਨ ਪਿਛਾਂਹ ਕਰ ਲਏ। ਕਉ ਧਰਿਓ ਸਿਰ ਹੋਏ ਅਗੇਰੇ। ਪਰ ਫਿਰ ਵੀ ਇਹਨੇ ਵਿਸ਼ੰਬਰ ਦਾਸ ਦੀ ਘਰਵਾਲੀ ਨੇ ਅੱਗੇ ਹੋ ਕੇ ਸਤਿਗੁਰਾਂ ਦੇ ਚਰਨਾਂ ਤੇ ਸੀਸ ਟਿਕਾ ਦਿੱਤਾ। ਪਰ ਅਸਰੂ ਤਿਖ ਹੱਸ ਕਹਿਓ। ਜਦੋਂ ਉਹਦੇ ਹੰਝੂ ਅੱਖਾਂ ਵਿੱਚੋਂ ਡੁੱਲੇ ਹੋਏ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਉੱਤੇ ਪਏ ਤਾਂ ਦੇਖ ਕਰਕੇ ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ, ਕਿਉ ਤੁਮ ਚਿੰਤਾ ਮੈਂ ਬਹਿਓ। ਕਹਿਣ ਲੱਗੇ ਕਿਉਂ ਤੋ ਚਿੱਤ ਚਿੰਤਾ ਮੈਂ ਬਹਿਓ। ਕਹਿਣ ਲੱਗੇ ਹੇ ਪੁੱਤਰੀ ਕਾਹਦੇ ਵਾਸਤੇ ਤੇਰਾ ਮਨ ਤੇਰਾ ਚਿੱਤ ਚਿੰਤਾ ਦੇ ਵਿੱਚ ਵਹਿ ਗਿਆ ਹੈ। ਗੁਰ ਕਰ ਦੇਤ ਲੇਤ ਨ ਜੋਵੈ। ਕਹਿੰਦੇ ਗੁਰੂ ਘਰ ਤਾਂ ਬਖਸ਼ਿਸ਼ਾਂ ਦਿੰਦਾ ਹੈ ਕਿਸੇ ਤੋਂ ਲੈਂਦਾ ਨਹੀਂ ਕੁਝ। ਤੋ ਸੁਤ ਦਾਸ ਹਮਾਰੋ ਹੋਵੈ। ਤੇਰਾ ਪੁੱਤਰ ਹਰਗੋਪਾਲ ਜਿਹੜਾ ਪਹਿਲਾਂ ਨਾਸਤਕ ਸੀ ਗੁਰੂ ਘਰ ਦੇ ਉੱਤੇ ਜਿਹਦੀ ਸ਼ਰਧਾ ਨਹੀਂ ਸੀ ਦੇਖ ਉਹ ਸਾਡਾ ਸਿੱਖ ਹੋ ਗਿਆ ਅਪਰ ਹੈ। ਜਨਮ ਮੈਂ ਇਮ ਬਨ ਜਾਏ। ਤੇ ਸਤਿਗੁਰੂ ਜੀ ਕਹਿੰਦੇ ਹੁਣੇ ਨਹੀਂ ਅਪਰ ਜਨਮ ਮੈਂ ਹੋਰ ਜਨਮ ਦੇ ਵਿੱਚ ਵੀ ਇਸੇ ਤਰ੍ਹਾਂ ਬਾਤ ਬਣ ਜਾਏਗੀ। ਅਬ ਦੀਨੋ ਤੋਇ ਨਿਸ਼ਚੈ ਪਾਏ। ਹਾਂ ਹੁਣ ਅਸੀਂ ਤੈਨੂੰ ਇਹ ਨਿਸ਼ਚਾ ਭਰੋਸਾ ਬਖਸ਼ਿਸ਼ ਕਰ ਦਿੱਤਾ ਹੈ। ਸਾਬਤ ਹੁਆ ਭਲੇ ਪਛਾਨ। ਤੇਰਾ ਪੁੱਤਰ ਹਰਗੋਪਾਲ ਬਿਲਕੁਲ ਸਾਬਤ ਹੋ ਗਿਆ ਸਿਦਕ ਦੇ ਵਿੱਚ ਪੂਰਾ ਹੋ ਗਿਆ ਭਾਵ ਪੱਕਾ ਸਿੱਖ ਬਣ ਗਿਆ ਹੈ। ਗੁਰਖ ਜਾਣੇ ਕਹਿ ਤੂੰ ਜਾਨ। ਹਾਂ ਕਹਿੰਦੇ ਗੋਰਖ ਨਾਮ ਹੈ ਗੋ ਨਾਮ ਹੈ ਇੰਦਰੀਆਂ ਦਾ ਤੇ ਰਖ ਨਾਮ ਹੈ ਰੱਖਿਆ ਕਰਨ ਵਾਲੇ ਦਾ ਭਾਵ ਪਰਮੇਸ਼ਰ ਦਾ। ਵਾਹਿਗੁਰੂ ਜਿਹੜਾ ਗੋ ਨਾਮ ਧਰਤੀ ਦਾ ਵੀ ਹੈ ਇਹ ਧਰਤੀ ਦੀ ਰੱਖਿਆ ਕਰਨ ਵਾਲਾ ਇੰਦਰੀਆਂ ਦੀ ਰੱਖਿਆ ਕਰਨ ਵਾਲਾ ਹੈ। ਕਹਿੰਦੇ ਜਾਣ ਤਾਂ ਉਹ ਪਰਮੇਸ਼ਰ ਜਾਣਦਾ ਕਹਿ ਤੂੰ ਜਾਣ ਜਾਂ ਤੂੰ ਜਾਣਦੀ ਹੈ। ਸੁਨਤ ਮਦਨਵੰਤੀ ਤਬ ਕਹਿਓ। ਉਸ ਵੇਲੇ ਵਿਸ਼ੰਬਰ ਦਾਸ ਦੀ ਘਰਵਾਲੀ ਮਦਨਵੰਤੀ ਨੇ ਸੁਣ ਕੇ ਆਖਿਆ ਮੋਹ ਨਾ ਹੋਏ ਹੀ ਮੈਂ ਚਾਹਿਓ। ਕਹਿਣ ਲੱਗੀ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਮਨ ਦੀ ਇੱਛਾ ਇਹ ਹੈ ਇਹ ਚਾਹੁੰਦੀ ਹਾਂ ਮੈਂ ਕਿ ਮੇਰੇ ਮਨ ਦੇ ਵਿੱਚ ਮੋਹ ਨਾ ਰਹੇ ਦੁਨਿਆਵੀ ਪਦਾਰਥਾਂ ਪ੍ਰਤੀ। ਗੁਰੂ ਕਹੈ ਹੁਸਨਾ ਉਦਾਰੇ। ਸਤਿਗੁਰੂ ਜੀ ਕਹਿਣ ਲੱਗੇ ਹੇ ਹੋਸ਼ ਵਾਲੀਏ ਉਦਾਰ ਸ੍ਰੇਸ਼ਟ ਤੂੰ ਬਹੁਤ ਹੋਸ਼ ਵਾਲੀ ਹੈ ਤੂੰ ਸ੍ਰੇਸ਼ਟ ਇਸਤਰੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਗੁਰ ਬਖਸ਼ ਸਿੰਘ ਕਿਦੀ ਨਾਰੇ। ਕਹਿਣ ਲੱਗੇ ਜਿਹੜਾ ਇਹ ਗੁਰਬਖਸ਼ ਸਿੰਘ ਜਾਂ ਭਾਈ ਰਾਮ ਕੋਇਰ ਸਾਡੇ ਕੋਲ ਬੈਠਾ ਨਾ ਤੂੰ ਅਗਲੇ ਜਨਮ ਦੇ ਵਿੱਚ ਇਹਦੀ ਨਾਰੀ ਇਹਦੀ ਇਸਤਰੀ ਬਣੇਗੀ। ਹੁਣ ਇੱਥੇ ਜਿਹੜਾ ਇਹ ਆਇਆ ਹੈ ਇਹ ਜਿਹੜਾ ਵਿੱਚ ਮਨਮਤ ਦੇ ਜਿਹੜੇ ਸ਼ਬਦ ਰਲਾ ਦਿੱਤੇ ਗਏ ਹੈ ਸੋ ਉਹਦਾ ਆਪਾਂ ਥੋੜਾ ਜਿਹਾ ਨਿਰਣਾ ਕਰਕੇ ਫਿਰ ਅੱਗੇ ਚੱਲਾਂਗੇ ਕਿਉਂਕਿ ਭਾਈ ਗੁਰਬਖਸ਼ ਸਿੰਘ ਜੀ ਜਾਂ ਭਾਈ ਰਾਮ ਕੌਰ ਜੀ ਇਹ ਬ੍ਰਹਮ ਗਿਆਨੀ ਸਿੱਖ ਸਨ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਦੇ ਵਿੱਚੋਂ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਦੇ ਉੱਤੇ ਬਹੁਤ ਗੁਰੂ ਘਰ ਦੀਆਂ ਬਖਸ਼ਿਸ਼ਾਂ ਸਨ ਤੇ ਸਤਿਗੁਰੂ ਸਾਹਿਬ ਜੀ ਦੇ ਮਹਿਲ ਪੁੱਤਰ ਪ੍ਰਾਪਤੀ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਵਿੱਚ ਗਏ ਸਨ ਮਾਤਾ ਗੰਗਾ ਜੀ। ਤੇ ਇਸੇ ਪ੍ਰਕਾਰ ਮਾਤਾ ਗੁਜਰੀ ਜੀ ਨੇ ਇੱਕ ਵਾਰ ਬੇਨਤੀ ਕੀਤੀ ਸੀ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਕੋਲ ਕਿ ਪੁੱਤਰ ਜੀ ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਵਰਗੇ ਬ੍ਰਹਮ ਗਿਆਨੀ ਸਿੱਖ ਸਨ ਕਿ ਹੁਣ ਵੀ ਕੋਈ ਉਸ ਤਰ੍ਹਾਂ ਦਾ ਸਿੱਖ ਹੈ ਜਿਹਦੇ ਦਰਸ਼ਨ ਕਰ ਸਕੀਏ। ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਹਾਂ ਮਾਤਾ ਜੀ ਹੁਣ ਵੀ ਉਸ ਤਰ੍ਹਾਂ ਦੇ ਸਿੱਖ ਉਹਨਾਂ ਦੀ ਅੰਸ਼ ਵੰਸ਼ ਦੇ ਵਿੱਚੋਂ ਭਾਈ ਰਾਮ ਕੌਰ ਜੀ ਹਨ। ਸੋ ਇੱਧਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਜੀ ਕਹਿਣ ਲੱਗੇ ਕਿ ਮੈਨੂੰ ਅਜਿਹੇ ਗੁਰਸਿੱਖ ਦੇ ਮਹਾਨ ਸਿੱਖ ਦੇ ਦਰਸ਼ਨ ਹੋ ਸਕਦੇ ਆ।
ਤਾਂ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਤੁਸੀਂ ਸ਼ਰਧਾ ਭਾਵਨਾ ਦੇ ਨਾਲ ਪ੍ਰਸ਼ਾਦਾ ਪਾਣੀ ਤਿਆਰ ਕਰੋ, ਲੰਗਰ ਪਾਣੀ, ਤੇ ਉਹਨਾਂ ਨੂੰ ਯਾਦ ਕਰੋ ਤੇ ਉਹ ਇੱਥੇ ਤੁਹਾਡੇ ਕੋਲ ਆ ਜਾਣਗੇ। ਹੁਣ ਵੇਖੋ ਕਿੱਡਾ ਬ੍ਰਹਮ ਗਿਆਨੀ ਸਿੱਖ ਤੇ ਉਹਦੇ ਬਾਬਤ ਇੱਥੇ ਇਹ ਸਾਖੀਕਾਰਾਂ ਨੇ ਕਿਵੇਂ ਉਹਦੇ ਵਿੱਚ ਰਲਾ ਪੈਦਾ ਕੀਤਾ ਹੋਇਆ ਹੈ। ਸਤਿਗੁਰੂ ਜੀ ਅਨੰਦਪੁਰ ਸਾਹਿਬ ਵਿਖੇ ਚੇਤੇ ਕਰ ਰਹੇ ਹੈ, ਤੇ ਇਹ ਭਾਈ ਰਾਮ ਕੌਰ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਣੇ ਸਿੱਖਾਂ ਸੇਵਕਾਂ ਦੇ ਸਮੇਤ ਉੱਥੇ ਬਰਾਜ ਰਹੇ ਆ, ਉੱਥੇ ਆਏ ਹੋਏ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਉਧਰ ਇਹ ਮਾਤਾ ਜੀ ਨੂੰ ਬਚਨ ਕੀਤੇ ਕਿ ਉਹਨਾਂ ਦੇ ਦਰਸ਼ਨ ਹੋ ਜਾਣਗੇ, ਇੱਕਦਮ ਇੱਧਰ ਇਹਨਾਂ ਦੇ ਮਨ ਦੇ ਵਿੱਚ ਇਹ ਭਾਵਨਾ ਆਈ ਕਿ ਮੈਨੂੰ ਸਤਿਗੁਰੂ ਸਾਹਿਬ ਜੀ ਕੋਲ ਜਾਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਜੋ ਸੰਕਲਪ ਕੀਤਾ ਹੈ, ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ਼ਵਰ, ਬ੍ਰਹਮ ਗਿਆਨੀ ਤਾਂ ਪਰਮੇਸ਼ਰ ਸਰੂਪ ਹੋ ਜਾਂਦਾ ਹੈ। ਸੋ ਉਹਨਾਂ ਨੇ ਸਤਿਗੁਰੂ ਸਾਹਿਬ ਜੀ ਦੇ ਉਸ ਵਚਨ ਨੂੰ ਉੱਥੋਂ ਹੀ ਜਾਣ ਲਿਆ, ਅੰਮ੍ਰਿਤਸਰ ਸਾਹਿਬ ਤੋਂ ਹੀ। ਤੇ ਫਿਰ ਅਨੰਦਪੁਰ ਸਾਹਿਬ ਗਏ, ਮਾਤਾ ਜੀ ਨੇ ਆਪ ਹੱਥੀਂ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ, ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ, ਹੱਥੀਂ ਪੱਖਾ ਝੱਲਿਆ, ਬ੍ਰਹਮ ਗਿਆਨੀ ਸਿੱਖ ਦੇ ਦਰਸ਼ਨ ਕੀਤੇ। ਸੋ ਐਸੇ ਬੀਤਰਾਗ ਮਹਾਤਮਾ ਸਨ ਭਾਈ ਰਾਮ ਕੌਰ ਜੀ, ਜਿਨ੍ਹਾਂ ਨੂੰ ਆਪਣੇ ਤਨ ਦਾ ਵੀ ਚੇਤਾ ਨਹੀਂ ਸੀ, ਤਨ ਦੀ ਵੀ ਸੁੱਧ ਨਹੀਂ ਸੀ। ਪ੍ਰਸ਼ਾਦਾ ਛਕਣ ਲੱਗਿਆਂ ਤਾਂ ਇਹਨਾਂ ਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਮੈਨੂੰ ਭੁੱਖ ਲੱਗੀ ਆ ਜਾਂ ਨਹੀਂ, ਔਰ ਜੇ ਛਕਣ ਲੱਗ ਪੈਂਦੇ ਸਨ ਤਾਂ ਇਹ ਨਹੀਂ ਸੀ ਪਤਾ ਹੁੰਦਾ ਕਿ ਕਿੰਨੀ ਭੁੱਖ ਲੱਗੀ ਹੈ, ਕਿਉਂਕਿ ਸਰੀਰਕ ਅਵਸਥਾ ਤੋਂ ਉੱਪਰ ਉੱਠ ਗਏ ਸਨ, ਜੀਵਨ ਮੁਕਤ ਸਨ। ਸੋ ਇੱਕ ਸੇਵਕ ਦਾਸ ਜਿਹੜਾ ਇਹਨਾਂ ਦਾ ਕੋਈ ਸੇਵਾਦਾਰ ਕੋਲ ਹੁੰਦਾ ਸੀ, ਉਹ ਇਹਨਾਂ ਨੂੰ ਬੇਨਤੀ ਕਰਕੇ ਦੱਸਦਾ ਹੁੰਦਾ ਸੀ ਕਿ ਹਜੂਰ ਮਹਾਰਾਜ ਬਾਬੇ ਕਿ ਉਹ ਤੁਹਾਨੂੰ ਹੁਣ ਭੁੱਖ ਲੱਗ ਗਈ ਹੈ, ਆਪ ਜੀ ਪ੍ਰਸ਼ਾਦਾ ਛਕ ਲਓ। ਤਾਂ ਫਿਰ ਇਹ ਛਕਣ ਲੱਗ ਜਾਂਦੇ ਸਨ, ਤੇ ਉਹ ਸੇਵਕ ਛਕਾਈ ਜਾਂਦਾ। ਤੇ ਜਦੋਂ ਉਹ ਸੇਵਕ ਇਹਨਾਂ ਨੂੰ ਕਹਿੰਦਾ ਕਿ ਬਾਬੇ ਕਿ ਹੁਣ ਤੁਸੀਂ ਰੱਜ ਗਏ ਹੋ, ਹੁਣ ਬਸ ਕਰੋ, ਤੇ ਫਿਰ ਇਹਨਾਂ ਨੇ ਪੁੱਛਣਾ, ਅੱਛਾ ਮੈਂ ਰੱਜ ਗਿਆ, ਤੈਨੂੰ ਕਿਵੇਂ ਪਤਾ ਲੱਗਿਆ ਮੈਂ ਰੱਜ ਗਿਆ? ਤਾਂ ਉਹ ਸੇਵਕ ਵੀ ਫਿਰ ਉਹਨੇ ਇੱਕ ਦੇਸੀ ਤਰੀਕਾ ਵਰਤਿਆ ਹੋਇਆ ਸੀ, ਇੱਕ ਰੱਸੀ ਰੱਖੀ ਹੋਈ ਸੀ, ਤੇ ਇਹ ਭਾਈ ਰਾਮ ਕੌਰ ਜੀ ਦੇ ਪੇਟ ਦੇ ਦੁਆਲੇ ਨਾ ਮਿਣ ਕੇ ਦੇਖ ਲੈਂਦਾ ਸੀ ਵੀ ਹੁਣ ਪ੍ਰਸ਼ਾਦੇ ਛਕ ਕੇ ਢਿੱਡ ਜਦੋਂ ਇੰਨਾ ਕੁ ਬਾਹਰ ਆ ਗਿਆ ਤਾਂ ਹੁਣ ਇਹ ਰੱਜ ਗਏ ਆ। ਤਾਂ ਉਹਨੇ ਦੱਸਣਾ ਕਿ ਮਹਾਰਾਜ ਮੈਂ ਤੁਹਾਡਾ ਇਹ ਪੇਟ ਰੱਸੀ ਨਾਲ ਮਿਣ ਲੈਣਾ ਹੈ, ਤੇ ਇਸ ਕਰਕੇ ਮੈਨੂੰ ਪਤਾ ਲੱਗ ਜਾਂਦਾ ਵੀ ਹੁਣ ਤੁਸੀਂ ਰੱਜ ਗਏ ਹੋ। ਕਹਿੰਦੇ ਅੱਛਾ ਚੱਲ ਤੂੰ ਮੈਨੂੰ ਦੱਸ ਦਿਆ ਕਰ ਜਦੋਂ ਮੈਂ ਰੱਜ ਜਾ ਕਰਾਂ। ਸੋ ਇਸ ਤਰ੍ਹਾਂ ਦੇ ਬੀਤਰਾਗ ਮਹਾਤਮਾ ਸਨ, ਤੇ ਉਹਨਾਂ ਦੀ ਬਾਬਤ ਹੁਣ ਇੱਥੇ ਸਤਿਗੁਰੂ ਜੀ ਕਹਿ ਰਹੇ ਆ ਕਿ ਹੇ ਬਿਸ਼ੰਬਰ ਦਾਸ ਦੀ ਪਤਨੀ, ਤੂੰ ਇਹ ਭਾਈ ਗੁਰਬਖਸ਼ ਸਿੰਘ ਦੀ ਪਤਨੀ ਬਣੇਗੀ, ਤੂੰ ਇਹਦੀ ਘਰ ਵਾਲੀ ਬਣੇਗੀ। ਇਸ ਪ੍ਰਕਾਰ ਇਹ ਰਲਾ ਪੈਦਾ ਕੀਤਾ ਹੈ। ਹੁਣ ਪਛਤਾਵਤ ਸੁਤ ਕੋ ਰਹੈ। ਤੇ ਫਿਰ ਲਿਖਤ ਮੁਤਾਬਕ ਅਰਥ ਬਣਦਾ ਕਿ ਤੂੰ ਅਗਲੇ ਜਨਮ ਇਹ ਗੁਰਬਖਸ਼ ਸਿੰਘ ਇਹਦਾ ਨਾਮ ਹੋਵੇਗਾ, ਹੁਣ ਵੀ ਗੁਰਬਖਸ਼ ਸਿੰਘ ਨਾਮ ਹੈ, ਤੇ ਕਹਿੰਦੇ ਤੇਰਾ ਨਾਮ ਸਦਾ ਕੌਰ ਹੋਵੇਗਾ, ਤੇ ਪਰ ਤੇਰੇ ਘਰ ਪੁੱਤਰ ਨਹੀਂ ਹੋਵੇਗਾ, ਪੁੱਤਰ ਵਾਸਤੇ ਪਛਤਾਉਂਦੀ ਰਹੇਗੀ। ਅਗਲੇ ਜਨਮ ਵਿਖੇ ਨਹਿ ਲਹੈ। ਅਗਲੇ ਜਨਮ ਦੇ ਵਿੱਚ ਤੈਨੂੰ ਪੁੱਤਰ ਪ੍ਰਾਪਤ ਨਹੀਂ ਹੋਵੇਗਾ। ਜਨਮਾ ਜਨ ਹੋ ਤ੍ਰਿਮਤ ਕੇਰਾ। ਤੇ ਫਿਰ ਸਤਿਗੁਰੂ ਜੀ ਬਚਨ ਕਰਨ ਲੱਗੇ, ਕਹਿੰਦੇ ਬਿਸ਼ੰਬਰ ਦਾਸ ਦੀ ਪਤਨੀ ਨੂੰ, ਦਮਨਵੰਤੀ ਨੂੰ, ਕਹਿੰਦੇ ਹੁਣ ਤੇਰਾ ਜਿਹੜਾ ਜਾਮਾ ਨਾ ਉਹ ਇਸਤਰੀਆਂ ਵਾਲਾ ਹੈ। ਸੁਭਾਵ ਪੁਰਖ ਕੋ ਤੇਰਾ। ਪਰ ਕਹਿੰਦੇ ਤੇਰਾ ਸੁਭਾਅ ਜਿਹੜਾ ਉਹ ਪੁਰਖਾਂ ਵਰਗਾ ਹੈ, ਤੇਰਾ ਸੁਭਾਅ ਮਰਦਾਂ ਵਰਗਾ ਹੈ। ਮਦਨਵੰਤੀ ਹਰ ਖਾਨੀ। ਉਸ ਵੇਲੇ ਮਦਨਵੰਤੀ ਬਿਸ਼ੰਬਰ ਦਾਸ ਦੀ ਘਰ ਵਾਲੀ ਸੁਣ ਕੇ ਖੁਸ਼ ਹੋ ਗਈ। ਸਮਝ ਵਾਰਤਾ ਮੁਖ ਮੁਸਕਾਨੀ। ਸਾਰੀ ਵਾਰਤਾ ਨੂੰ ਸਮਝ ਕੇ ਸੁਣ ਕਰਕੇ ਤੇ ਮੁਖੋਂ ਥੋੜਾ ਜਿਹਾ ਇਹ ਮੁਸਕਰਾਈ, ਹੱਸੀ ਹੈ। ਮੋਦਨੀ ਦੂਸਰਦਾਰਾ। ਫਿਰ ਕਹਿੰਦੇ ਬਿਸ਼ੰਬਰ ਦਾਸ ਦੀ ਦੂਜੀ ਪਤਨੀ ਜਿਹਦਾ ਨਾਮ ਬੀਬੀ ਮੋਦਨੀ ਹੈ, ਪੱਗ ਪਰ ਸਿਰ ਧਾਰਾ। ਉਹ ਸਤਿਗੁਰਾਂ ਦੇ ਚਰਨਾਂ ਦੇ ਨੇੜੇ ਪਹੁੰਚੀ ਤੇ ਚਰਨਾਂ ਉੱਤੇ ਸਿਰ ਰੱਖ ਦਿੱਤਾ। ਤਬ ਸਤਿਗੁਰ ਤੁਸਮ ਹੋਏ ਰਹੇ। ਕਹਿੰਦੇ ਫਿਰ ਸਤਿਗੁਰੂ ਜੀ ਚੁੱਪ ਰਹੇ, ਉਹਨਾਂ ਨੇ ਬਚਨ ਕੋਈ ਨਾ ਕੀਤਾ। ਕੋ ਧੁਨਿਓ ਬਾਕ ਨੈ ਕਹੀ। ਬਸ ਇਉਂ ਨਾਂ ਦੇ ਵਿੱਚ ਸਿਰ ਹਿਲਾ ਦਿੱਤਾ, ਕੋਈ ਵਾਕ ਨਹੀਂ ਮੂੰਹ ਤੋਂ ਆਖਿਆ ਕੋਈ ਬਚਨ। ਪਰਿਵਾਰ ਸੰਪਰ ਦਾਸ।
ਇਸ ਪ੍ਰਕਾਰ ਭਾਈ ਵਿਸ਼ੰਬਰ ਦਾਸ ਸਮੇਤ ਆਪਣੇ ਪਰਿਵਾਰ ਦੇ ਰੁਖਸਤ ਹੋਵੈ ਕਰ ਸਤਿਗੁਰ ਪਾਸ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਆਨੰਦਪੁਰ ਸਾਹਿਬ ਤੋਂ ਵਿਦਾਇਗੀ ਲੈ ਕੇ ਚਲਿਆ ਗਿਆ। ਮਸਤਕ ਟੇਕਤ ਕੀਨ ਪਿਆਨਾ। ਮੱਥਾ ਟੇਕ ਕੇ ਨਮਸਕਾਰ ਕਰਕੇ ਪਿਆਨਾ ਕਰ ਦਿੱਤਾ, ਚਾਲਾ ਮਾਰ ਦਿੱਤਾ ਉਜੈਨ ਵੱਲ। ਦੱਖਣ ਦੇਸ ਉਜੈਨਪੁਰ ਜਾਨਾ। ਹਾਂ, ਦੱਖਣ ਦਿਸ਼ਾ ਦੇ ਵਿੱਚ ਉਜੈਨਪੁਰੀ ਜਿਹੜੀ ਜਾਣੀ ਜਾਂਦੀ ਹੈ, ਉਜੈਨ ਸ਼ਹਿਰ ਹੈ ਜਿਹੜਾ, ਉਧਰ ਨੂੰ ਚੱਲ ਪਏ। ਸਤਿਗੁਰ ਹੱਸੇ ਇਹਨੂੰ ਕੇ ਪਾਸੇ। ਤੇ ਕਹਿੰਦੇ ਜਦੋਂ ਇਹ ਚਲੇ ਗਏ, ਬਾਅਦ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਭਾਈ ਰਾਮ ਕੋਇਰ ਜੀ ਦੱਸ ਰਹੇ ਆ, ਕਹਿੰਦੇ ਉੱਚੀ ਉੱਚੀ ਹੱਸ ਪਏ। ਮੈਂ ਢਿੱਡ ਕਰੂ ਖੁਸ਼ੀ ਵੇਖ ਆਛੇ। ਭਾਈ ਰਾਮ ਕੋਇਰ ਜੀ ਕਹਿੰਦੇ ਮੈਂ ਉਹਨਾਂ ਦੇ ਨੇੜੇ ਖੜਾ ਸੀ ਤੇ ਜਦੋਂ ਦੇਖਿਆ ਕਿ ਸਤਿਗੁਰੂ ਜੀ ਬਹੁਤ ਪ੍ਰਸੰਨ ਖੁਸ਼ ਹਨ, ਜਿਨ ਕਰਤ ਕਯੋ ਤਿਸ ਬੇਰਾ। ਉਸ ਵੇਲੇ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਪੁੱਛ ਲਿਆ ਕਹਾ ਹੁਕਮ ਹੈ ਰਾਵਰ ਤੇਰਾ। ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਮੇਰੇ ਵਾਸਤੇ ਆਪ ਜੀ ਦਾ ਕੀ ਹੁਕਮ ਹੈ। ਸੁਣ ਕਲਗੀ ਧਾਰ ਬਾਕ ਉਚਾਰਾ। ਉਸ ਵੇਲੇ ਕਹਿੰਦੇ ਕਲਗੀਧਰ ਪਾਤਸ਼ਾਹ ਜੀ ਨੇ ਸੁਣ ਕੇ ਬਚਨ ਉਚਾਰਨ ਕੀਤਾ। ਨਾਮ ਮਦਨਵੰਤੀ ਜੋਦਾਰਾ। ਕਹਿੰਦੇ ਭਾਈ ਗੁਰਬਖਸ਼ ਸਿੰਘ, ਭਾਈ ਰਾਮ ਕੌਰ ਜਿਹੜੀ ਇਹ ਮਦਨਵੰਤੀ ਨਾਮ ਵਾਲੀ ਇਹ ਆਪਣਾ ਵਿਸ਼ੰਬਰ ਦਾਸ ਦੀ ਇਸਤਰੀ ਹੈ। ਜਬ ਗੁਰਬਖਸ਼ ਸਿੰਘ ਤਨ ਤੇਰਾ। ਜਦੋਂ ਕਹਿੰਦੇ ਤੇਰਾ ਹੋਰ ਤਨ ਹੋਵੇਗਾ, ਹੋਰ ਜਨਮ ਹੋਵੇਗਾ ਤੇ ਤੇਰਾ ਨਾਮ ਵੀ ਗੁਰਬਖਸ਼ ਸਿੰਘ ਹੋਵੇਗਾ। ਸਿੱਖਣੀ ਹੋਵੇ ਜਿਸ ਦੇਰਾ। ਕਹਿੰਦੇ ਉਸ ਵੇਲੇ ਇਹ ਤੇਰੀ ਸਿੱਖਣੀ ਹੋਵੇਗੀ, ਤੇਰੀ ਘਰ ਵਾਲੀ ਹੋਵੇਗੀ। ਓਏ ਦੋਨੋਂ ਢਿੱਗ ਰਾਜ ਮਸਾਲਾ। ਕਹਿੰਦੇ ਦੋਵੇਂ ਤਰਫ ਦੋਵਾਂ ਕੋਲ ਤੁਹਾਡੇ ਕੋਲੇ ਬਹੁਤ ਵਿਸ਼ਾਲ ਭਾਰੀ ਰਾਜ ਭਾਗ ਹੋਵੇਗਾ। ਐ ਲੱਗ ਕਰੋ ਜਹਾਂ ਲੱਗ ਜਵਾਲਾ। ਕਹਿੰਦੇ ਉੱਥੋਂ ਤੱਕ ਰਾਜ ਕਰੋਗੇ ਜਿੱਥੋਂ ਤੱਕ ਜਵਾਲਾਮੁਖੀ ਹੈ, ਭਾਵ ਬਹੁਤ ਵੱਡਾ ਤੁਹਾਡਾ ਰਾਜ ਹੋਵੇਗਾ। ਸੋ ਇਹ ਜਿਹੜੇ ਆਪਣੇ ਕੋਲੋਂ ਹੀ ਜਿਹੜੇ ਸ਼ਬਦ ਵਿੱਚ ਲਿਖ ਦਿੱਤੇ ਗਏ ਹੈ, ਇਹ ਭਾਈ ਗੁਰਬਖਸ਼ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਵੇਲੇ ਹੋਏ ਹੈ, ਇੱਕ ਗੁਰਬਖਸ਼ ਸਿੰਘ ਰਾਜਾ ਹੋਇਆ ਤੇ ਉਹਦੀ ਘਰ ਵਾਲੀ ਸਦਾ ਕੌਰ ਹੋਈ ਹੈ। ਸੋ ਉਹਨਾਂ ਦੀ ਬਾਬਤ ਇਹ ਗੱਲਾਂ, ਇਹ ਭਵਿੱਖਤ ਗੱਲਾਂ ਜਿਹੜੀਆਂ ਇਹ ਜਨਮ ਸਾਖੀ ਵਾਲੇ ਨੇ ਰਲਾ ਕੇ ਵਿੱਚ ਲਿਖ ਦਿੱਤੀਆਂ ਤੇ ਭਾਈ ਸੰਤੋਖ ਸਿੰਘ ਜੀ ਨੇ ਉਸੇ ਤਰ੍ਹਾਂ ਇਹਨਾਂ ਦਾ ਉਲੱਥਾ ਕਰ ਦਿੱਤਾ ਹੈ। ਜਗ ਮੈਂ ਜੀਵਨ ਹੋਏ ਤੋ ਥੋੜਾ। ਪਰ ਕਹਿੰਦੇ ਤੇਰਾ ਜੱਗ ਦੇ ਵਿੱਚ, ਸੰਸਾਰ ਦੇ ਵਿੱਚ ਜੀਵਨ ਥੋੜਾ ਹੀ ਹੋਵੇਗਾ। ਸਿੱਧ ਮਨੋਰਥ ਬਨ ਮੈਂ ਤੋਰਾ। ਹਾਂ, ਕਹਿੰਦੇ ਜਿਹੜਾ ਤੂੰ ਮਨੋਰਥ ਕੀਤਾ, ਮਨ ਵਿੱਚ ਫੁਰਨਾ ਕੀਤਾ, ਇਹ ਸਿੱਧ ਹੋ ਜਾਵੇਗਾ, ਇਹ ਤੇਰਾ ਫੁਰਨਾ ਪੂਰਾ ਹੋ ਜਾਵੇਗਾ। ਗਇਓ ਹਕਾਰਨ। ਸਤਿਗੁਰੂ ਕਹਿੰਦੇ ਹੇ ਬਾਲਕਾ, ਬਾਲਕਾਂ ਵਰਗੇ ਗੁਰਬਖਸ਼ ਸਿੰਘਾ, ਨਿੰਗਰ ਨਾਮ ਬਾਲਕ ਦਾ ਸੁਣੋ ਨਿੰਗਰਾ ਗਇਓ ਹਕਾਰਨ। ਜਿਸ ਵੇਲੇ ਤੂੰ ਭਾਈ ਵਿਸ਼ੰਬਰ ਦਾਸ ਤੇ ਉਹਦੇ ਪਰਿਵਾਰ ਨੂੰ ਬੁਲਾਉਣ ਗਿਆ ਸੀ, ਕਹਿੰਦੇ ਤੂੰ ਉਸ ਵੇਲੇ ਲੁਭਾਏਮਾਨ ਹੋ ਗਿਆ ਸੀ ਇਹ ਬੀਬੀ ਦੇ ਰੂਪ ਨੂੰ ਵੇਖ ਕੇ। ਹੁਣ ਇੱਕ ਪਾਸੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਹੈ ਕਿ ਇਹ ਬੀਤ ਰਾਗ ਸਿੱਖ ਹੈ, ਬ੍ਰਹਮ ਗਿਆਨੀ ਸਿੱਖ ਹੈ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਵਿੱਚੋਂ ਮਾਤਾ ਜੀ ਨੂੰ ਦਰਸ਼ਨ ਕਰਾਉਂਦੇ ਆ, ਘਰ ਬੁਲਾ ਕੇ ਪ੍ਰਸ਼ਾਦਾ ਛਕਾਉਂਦੇ ਆ ਇਹ ਭਾਈ ਰਾਮ ਕੌਰ ਜੀ ਨੂੰ। ਤੇ ਦੂਜੇ ਪਾਸੇ ਸਾਖੀ ਕਰਤਾ ਆਪਣੇ ਕੋਲੋਂ ਲਿਖ ਰਿਹਾ ਕਿ ਸਤਿਗੁਰ ਸੱਚੇ ਪਾਤਸ਼ਾਹ ਕਹਿ ਰਹੇ ਆ ਕਿ ਉਹ ਬੀਬੀ ਦੇ ਰੂਪ ਦੇ ਉੱਤੇ ਲੁਭਾਏਮਾਨ ਹੋ ਗਿਆ। ਤੇ ਕੀ ਬ੍ਰਹਮ ਗਿਆਨੀ ਸਿੱਖ ਐਸਾ ਕਰ ਸਕਦਾ? ਸੋ ਇਹ ਚੀਜ਼ਾਂ ਗੁਰਮਤ ਅਨੁਸਾਰ ਨਹੀਂ ਹਨ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹਨੂੰ ਆਪ ਵਰ ਦਿੱਤੇ ਹੁਣ ਬਹੁਤ ਵੇਰਾਂ ਕਿ ਤੂੰ ਭਾਈ ਜੀਵਨ ਮੁਕਤ ਹੋ ਗਿਆ, ਤੇ ਉਹਦੀ ਬਾਬਤ ਸਤਿਗੁਰ ਕਿਵੇਂ ਕਹਿ ਦੇਣਗੇ ਕਿ ਤੇਰਾ ਦੁਬਾਰਾ ਜਨਮ ਹੋਊਗਾ? ਜਿਹੜਾ ਬ੍ਰਹਮ ਗਿਆਨੀ ਸਿੱਖ ਆ ਉਹ ਜਨਮ ਮਰਨ ਦੇ ਵਿੱਚ ਥੋੜਾ ਹੀ ਆਊਗਾ, ਉਹ ਤਾਂ ਪਹਿਲਾਂ ਹੀ ਜੀਵਨ ਮੁਕਤ ਹੈ ਬ੍ਰਹਮ ਗਿਆਨ ਦੇ ਅਨੁਸਾਰ। ਤੇ ਜਦੋਂ ਉਹ ਸਰੀਰ ਤੋਂ ਮੁਕਤ ਹੋ ਗਿਆ ਫਿਰ ਤਾਂ ਹੈ ਹੀ ਸੁਤੰਤਰ, ਉਹਨੇ ਜਨਮ ਮਰਨ ਵਿੱਚ ਕਾਹਦਾ ਆਉਣਾ? ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਇਹ ਮਨਮਤੀ ਹੀ ਲਿਖੀਆਂ ਗਈਆਂ ਹਨ। ਬਖਸ਼ੀ ਗੁਰ ਇਹ ਕਹਿੰਦੇ ਭਾਈ ਤੈਂ ਮਨੋਰਥ ਕਰ ਲਿਆ ਸੀ ਵੀ ਗੁਰੂ ਨੇ ਐਨੀ ਸੁੰਦਰ ਪਤਨੀ ਮੈਨੂੰ ਕਿਉਂ ਨਹੀਂ ਬਖਸ਼ਿਸ਼ ਕੀਤੀ? ਕਰਿਓ ਮਨੋਰਥ ਦੇਖਤ ਦੇ। ਕਹਿੰਦੇ ਇਉਂ ਤੂੰ ਫੁਰਨਾ ਕਰ ਲਿਆ ਸੀ ਇਹਦੀ ਦੇਹ ਨੂੰ, ਸੁੰਦਰ ਸਰੀਰ ਨੂੰ ਦੇਖ ਕੇ। ਕਹਾਂ ਬਿਲੁਕਤ ਐਸੇ। ਕਹਿੰਦੇ ਤੂੰ ਬ੍ਰਹਮ ਗਿਆਨੀ ਹੋ ਕੇ ਤੇ ਤੂੰ ਐਸੇ ਇਸ ਤਰ੍ਹਾਂ ਕਿਵੇਂ ਭੁੱਲ ਗਿਆ? ਅਬ ਹਮਨੇ ਬਖਸ਼ੀ ਤੋਏ ਕੈਸੇ। ਤੇ
ਕਹਿੰਦੇ ਭਾਈ ਉਹ ਫੁਰਨੇ ਦੇ ਅਨੁਸਾਰ ਅਸੀਂ ਹੁਣੇ ਤੈਨੂੰ ਬਖਸ਼ ਦਿੱਤੀ ਹੈ। ਸਿੱਖਣੀ ਰੱਜ ਜੁਤ ਉਹੀ। ਕਹਿੰਦੇ ਦੂਜੀ ਜਿਹੜੀ ਵਿਸ਼ੰਬਰ ਦਾਸ ਦੀ ਘਰ ਵਾਲੀ ਸੀ ਮੋਦਨਾ, ਤੇ ਕਹਿੰਦੇ ਉਹਨੂੰ ਉਹ ਮਾਸਿਕ ਧਰਮ ਮਾਹਵਾਰੀ ਆਈ ਹੋਈ ਸੀ, ਹਮਰੇ ਚਰਨ ਸੰਗ ਸੋ ਸੋਹੀ। ਤੇ ਉਹਨੇ ਸਾਡੇ ਚਰਨਾਂ ਨੂੰ ਸਪਰਸ਼ ਕਰ ਲਿਆ ਆ ਕੇ। ਜਾਦੇ ਹਮਨੇ ਆਦਰ ਦੀਨਾ। ਇਸ ਕਰਕੇ ਕਹਿੰਦੇ ਅਸੀਂ ਉਹਨੂੰ ਆਦਰ ਸਤਕਾਰ ਨਹੀਂ ਦਿੱਤਾ ਕੋਈ, ਬਾਕ ਨ ਕਛੂ ਉਚਾਰਨ ਕੀਨਾ। ਤੇ ਕੋਈ ਵੀ ਵਾਕ ਅਸੀਂ ਉਚਾਰਨ ਨਹੀਂ ਕੀਤਾ। ਮੁਸਲੀ ਬੇਸਵਾ ਬਨ ਹੈ ਸੋਏ। ਕਹਿੰਦੇ ਉਹ ਅਗਲੇ ਜਨਮ ਦੇ ਵਿੱਚ ਮੁਸਲੀ ਬਣੇਗੀ, ਮੁਸਲਮਾਨਾਂ ਦੇ ਘਰ ਪੈਦਾ ਹੋਏਗੀ, ਤੇ ਬੇਸਿਆ ਕੰਜਰੀ ਬਣੇਗੀ ਨੱਚਣ ਟੱਪਣ ਵਾਲੀ। ਪਰਮੇਸ਼ਰ ਕੀ ਇਮ ਹੋਏ। ਕਹਿੰਦੇ ਇਸ ਤਰ੍ਹਾਂ ਭਾਈ ਇਹ ਪਰਮੇਸ਼ਰ ਦੀ ਨੇਤ ਹੋਣਹਾਰ ਇਸ ਪ੍ਰਕਾਰ ਹੋਵੇਗੀ। ਹੈਗੇ ਤਾਂ ਸਾਰੇ ਮਨਮਤੀ ਬਚਨ, ਪਰ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਕਹਾਏ ਗਏ ਹੈ ਜਾਣ ਬੁੱਝ ਕੇ ਮਨਮਤ ਫੈਲਾਉਣ ਦੇ ਬਾਰੇ। ਸੋ ਇਹਨਾਂ ਨੂੰ ਆਪਾਂ ਸੱਤ ਕਰਕੇ ਨਹੀਂ ਮੰਨਣਾ, ਯਥਾਰਥ ਨਹੀਂ ਮੰਨਣਾ, ਅਖੇਪਕਾਰ ਕਰਕੇ ਮੰਨਣਾ ਹੈ। ਸਿਦਕ ਭਾਵ ਕਰ ਆਈ। ਹਾਂਜੀ, ਸਾਡੇ ਕੋਲ ਸਿਦਕ ਕਰਕੇ ਭਾਵਨਾ ਕਰਕੇ ਆਈ ਸੀ। ਇਸ ਕੋ ਫਲ ਪੈ ਹੈ ਵਡਿਆਈ। ਇਸ ਕਰਕੇ ਕਹਿੰਦੇ ਇਹ ਆਉਣਾ, ਇਹਦੇ ਦਰਸ਼ਨ ਕਰਨੇ, ਭਾਵਨਾ ਦੇ ਨਾਲ ਆਉਣਾ, ਇਹਨੂੰ ਫਲ ਪ੍ਰਾਪਤ ਹੋਏਗਾ, ਵਡਿਆਈ ਮਿਲੇਗੀ। ਕੇਸ਼ੋ ਦਾਸ ਜਪੇ ਤਨ ਧਰੇ। ਕਹਿੰਦੇ ਕੇਸ਼ੋ ਦਾਸ ਬ੍ਰਾਹਮਣ ਹੈ ਨਾ ਜਿਹੜਾ ਸਾਡਾ, ਕਹਿੰਦੇ ਜਦੋਂ ਇਹ ਦੁਬਾਰਾ ਸਰੀਰ ਧਾਰਨ ਕਰੇਗਾ, ਸਿੰਘ ਨਾਮ ਰਾਜ ਵੱਡ ਕਰੇ। ਕਹਿੰਦੇ ਫਿਰ ਇਹ ਰਣ ਸਿੰਘ ਹੋ ਕੇ, ਭਾਵ ਮਹਾਰਾਜਾ ਰਣਜੀਤ ਸਿੰਘ ਹੋ ਕੇ ਵੱਡਾ ਰਾਜ ਕਰੇਗਾ। ਸੋ ਗੱਲ ਤਾਂ ਆ ਹੈ ਵੀ ਉਹਨਾਂ ਬ੍ਰਾਹਮਣਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਦੇ ਵਿੱਚ ਪੇਸ਼ ਕਰਨਾ ਹੈ। ਜਿਹੜੇ ਨੇ ਰਲਾ ਪਾਇਆ ਨਾ ਵਿੱਚ, ਉਹਦਾ ਮਨੋਰਥ ਇਹ ਹੈ ਇਹ ਗੱਲਾਂ ਲਿਖਣ ਦਾ। ਕਹਿੰਦੇ ਕੇਸ਼ੋ ਦਾਸ ਜਦੋਂ ਸਰੀਰ ਧਾਰਨ ਕਰੇਗਾ ਤੇ ਮਹਾਰਾਜਾ ਰਣਜੀਤ ਸਿੰਘ ਨਾਮ ਦਾ ਰਾਜਾ ਬਣ ਕੇ ਵੱਡਾ ਰਾਜ ਕਰੇਗਾ, ਵਿਸ਼ਾਲ। ਅੰਗੀਕਾਰ ਕਰੇ ਗੋ ਸੋਏ। ਕਹਿੰਦੇ ਫਿਰ ਇਹ ਮੁਸਲੀ ਨੂੰ, ਇਹ ਵੈਸ਼ਿਆ ਨੂੰ, ਇਹ ਮੋਰਾਂ ਨਾਚੀ ਨੂੰ, ਕਹਿੰਦੇ ਉਹ ਮਹਾਰਾਜਾ ਰਣਜੀਤ ਸਿੰਘ ਅੰਗੀਕਾਰ ਕਰੇਗਾ। ਹੁਣ ਦੂਜਾ ਪੱਖ ਇਹ ਹੈ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਸਹੀ ਠਹਿਰਾਉਣ ਵਾਸਤੇ ਇਹ ਗੱਲਾਂ ਲਿਖੀਆਂ ਗਈਆਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਕਸੂਰ ਨਹੀਂ ਸੀ, ਉਹਨੇ ਮੋਰਾਂ ਨਾਚੀ ਨਾਲ ਵਿਆਹ ਕਰ ਲਿਆ। ਤੇ ਅਕਾਲੀ ਫੂਲਾ ਸਿੰਘ ਨੇ ਤਾਂ ਫਿਰ ਉਹਨੂੰ ਐਵੇਂ ਕੋੜੇ ਮਾਰਤੇ ਹੋਣੇ ਅਕਾਲ ਤਖਤ ਤੇ ਬੰਨ੍ਹ ਕੇ। ਤੇ ਜੇ ਮਹਾਰਾਜ ਦਾ ਬਚਨ ਨਹੀਂ ਸੀ ਫਿਰ ਤਾਂ ਉਹਨੇ ਮਹਾਰਾਜ ਦਾ ਬਚਨ ਹੀ ਪੁਗਾਇਆ ਹੋਇਆ, ਪਰ ਮਹਾਰਾਜ ਦਾ ਬਚਨ ਨਹੀਂ ਸੀ। ਇਸ ਕਰਕੇ ਉਹਦੇ ਬਚਾਓ ਵਾਸਤੇ ਮਹਾਰਾਜਾ ਰਣਜੀਤ ਸਿੰਘ ਦੇ ਇੱਦਾਂ ਦੀਆਂ ਗੱਲਾਂ ਲਿਖ ਦਿੱਤੀਆਂ ਕਿ ਕੇਸ਼ੋ ਦਾਸ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਬਣੇਗਾ ਤੇ ਇਹ ਮੋਰਾਂ ਦੇ ਨਾਲ ਵਿਆਹ ਕਰੇਗਾ। ਮਰ ਕਰ ਪੁੰਨ ਹਿੰਦਵਾਣੀ ਹੋਏ। ਕਹਿੰਦੇ ਮਰ ਕੇ ਫਿਰ ਇਹ ਮੁਸਲਮਾਨੀ ਤੋਂ ਬਾਅਦ ਫਿਰ ਹਿੰਦੂਆਂ ਦੇ ਘਰ ਵਿੱਚ ਜਨਮ ਲਵੇਗੀ, ਹਿੰਦੂਆਂ ਦੀ ਬੇਟੀ ਹੋਏਗੀ। ਰਾਜਪੂਤਨੀ ਜਨਮੈ ਫਿਰ ਕਹਿੰਦੇ ਇਹ ਰਾਜਪੂਤਾਂ ਦੇ ਘਰ ਵਿੱਚ ਜਨਮ ਲਵੇਗੀ ਤੇ ਰਾਜਪੂਤਨੀ ਬਣ ਕੇ ਜੰਮੇਗੀ। ਆਪ ਬਖਸ਼ੀ ਕੇਸੋ ਕੋ ਹੀਰ। ਪਰ ਕਹਿੰਦੇ ਹੁਣ ਅਸੀਂ ਆ ਕੇਸ਼ੋ ਨੂੰ, ਪੰਡਤ ਕੇਸ਼ੋ ਦਾਸ ਨੂੰ ਦੇਖ ਕੇ ਇਹਨੂੰ ਬਖਸ਼ ਦਿੱਤੀ ਹੈ ਕਿ ਅਗਲੇ ਜਨਮ ਵਿੱਚ ਇਹ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ, ਇਹ ਜਿਹੜੀ ਮੋਰਾ ਨਾਚੀ ਬਣੇਗੀ, ਉਹਦੇ ਨਾਲ ਇਹਦਾ ਵਿਆਹ ਹੋਵੇਗਾ। ਇਸ ਪ੍ਰਕਾਰ ਕਹਿ ਕਰ ਗੁਰ ਸੁਆਮੀ। ਇਸ ਪ੍ਰਕਾਰ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਾਲਕ ਭੂਤ ਭਵਿੱਖੀਅਤ ਅੰਤਰਜਾਮੀ। ਜਿਹੜੇ ਭੂਤ ਦੇ ਬੀਤੇ ਹੋਏ ਕਾਲ ਦੇ ਤੇ ਭਵਿੱਖਤ ਆਉਣ ਵਾਲੇ ਸਮੇਂ ਦੇ ਅੰਤਰਜਾਮੀ ਹਨ, ਅੰਤਰ ਦੀਆਂ ਜਾਣਨ ਵਾਲੇ ਹਨ, ਘਟ ਘਟ ਦੀਆਂ। ਉਨ ਮੁਝ ਕੋ ਵਰਜਿਓ ਬਸ ਕਰੋ। ਕਹਿੰਦੇ ਰਾਮ ਕੋਇਰ ਜੀ ਕਹਿੰਦੇ ਮੈਨੂੰ ਉਹਨਾਂ ਨੇ ਵਰਜ ਦਿੱਤਾ, ਰੋਕ ਦਿੱਤਾ, ਕਹਿੰਦੇ ਹੁਣ ਬਸ ਕਰ। ਨਾ ਬੁਝੋ ਤੂਸਣ ਧਰੋ। ਕਹਿੰਦੇ ਹੋਰ ਕੁਝ ਨਾ ਪੁੱਛੀ, ਬਸ ਹੁਣ ਚੁੱਪ ਕਰ ਜਾ। ਔਰ ਖਿਆਲ ਕੋ ਬੇਲਾ ਭਇਓ। ਕਹਿੰਦੇ ਹੁਣ ਹੋਰ ਖਿਆਲ ਦਾ, ਹੋਰ ਕਿਸੇ ਵਿਚਾਰ ਦਾ ਸਮਾਂ ਹੋ ਗਿਆ ਹੈ। ਸਤਿਗੁਰ ਤੇ ਮੈਂ ਸੁਣ ਲਿਓ। ਕਹਿੰਦੇ ਇਸ ਪ੍ਰਕਾਰ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਸੁਣ ਲਿਆ। ਤੇਰੀ ਮੋਨ ਨੈ ਕਛੂ ਉਚਾਰਾ। ਭਾਈ ਰਾਮ ਕੋਇਰ ਜੀ ਕਹਿੰਦੇ ਮੈਂ ਚੁੱਪ ਕਰ ਗਿਆ ਤੇ ਕੁਝ ਵੀ ਉਚਾਰਨ ਨਹੀਂ ਕੀਤਾ, ਕੁਝ ਨਾ ਬੋਲਿਆ। ਇੱਕ ਚਿਰ ਫਿਰ ਸਭਾ ਮਝਾਰਾ। ਕਿੰਨੀ ਦੇਰ ਤੱਕ ਸਭਾ ਦੇ ਵਿੱਚ ਬਿਰਾਜਮਾਨ ਰਹੇ, ਦਰਬਾਰ ਵਿੱਚ। ਉੱਠ ਕਰ ਪੁਨ ਮੰਦਰ ਕੋ ਗਏ।
ਫਿਰ ਕਹਿੰਦੇ ਸਤਿਗੁਰੂ ਜੀ ਆਪਣੇ ਮੰਦਰ ਨੂੰ, ਆਪਣੇ ਘਰ ਨੂੰ, ਆਪਣੇ ਨਿਜ ਅਸਥਾਨ ਨੂੰ ਚਲੇ ਗਏ ਉੱਠ ਕੇ। ਇਸ ਦਿਨ ਵਹਿ ਨਾਗਤ ਭਏ, ਫਿਰ ਕਹਿੰਦੇ ਉਸ ਦਿਨ ਦੁਬਾਰਾ ਬਾਹਰ ਨਹੀਂ ਆਏ, ਰਹੇ ਆਪਣੇ ਸਦਨ ਮਝਾਰਾ, ਬਸ ਆਪਣੇ ਘਰ ਦੇ ਵਿੱਚ ਹੀ ਰਹੇ। ਮਨ ਭਾਵਤ ਕੋ ਅਚਿਉ ਅਮਾਰਾ, ਫਿਰ ਉਹਨਾਂ ਨੇ ਆਪਣਾ ਮਨ ਜਿਵੇਂ ਕਰਦਾ ਸੀ ਲੰਗਰ ਪ੍ਰਸ਼ਾਦਾ ਛਕਿਆ। ਕਹਿ ਕਾਮ ਹਮਕੋ ਪਿਛੁ ਬਿਰਤਾਂਤ, ਤੇ ਇੱਥੇ ਕਵੀ ਜੀ ਹੁਣ ਆਪਣੇ ਵੱਲੋਂ ਕਹਿ ਰਹੇ ਹੈ, ਕਹਿੰਦੇ ਇਸ ਵਰਤਾਂਤ ਨੂੰ ਕਹਿੰਦੇ ਮੈਂ ਵੀ ਆਪਣੇ ਅੱਖੀਂ ਵੇਖਿਆ ਹੈ। ਸੁਣਿਓ ਗੁਰ ਬਖਸ਼ ਸਿੰਘ ਜਿਸ ਭਾਂਤ, ਜਿਸ ਪ੍ਰਕਾਰ ਭਾਈ ਗੁਰਬਖਸ਼ ਸਿੰਘ ਜੀ ਦੇ ਪਾਸੋਂ, ਭਾਈ ਰਾਮ ਕੁਆਰ ਜੀ ਪਾਸੋਂ ਇਹ ਸੁਣਿਆ ਸੀ। ਸਦਾ ਕੋਇਰ ਭਈ ਤਿਸ ਕੀ ਨਾਰੀ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਫਿਰ ਉਹ ਕਹਿੰਦੇ ਬਿਸ਼ੰਬਰ ਦਾਸ ਦੀ ਜਿਹੜੀ ਇਸਤਰੀ ਸੀ ਨਾ ਮਦਨਵੰਤੀ, ਕਹਿੰਦੇ ਉਹ ਸਦਾ ਕੌਰ ਬਣ ਕੇ ਉਹਦੀ ਇਸਤਰੀ ਬਣੀ। ਸੋ ਹਮਨੇ ਨਿਜ ਨੈਣ ਨਿਹਾਰੀ, ਕਹਿੰਦੇ ਮੈਂ ਅੱਖਾਂ ਦੇ ਨਾਲ ਦੇਖਿਆ ਕਿ ਉਹ ਵਾਕਈ ਗੁਰਬਖਸ਼ ਸਿੰਘ ਦੀ ਇਸਤਰੀ ਸੀ। ਉਹ ਭੁਲੇਖਾ ਪੈ ਗਿਆ ਵੀ ਗੁਰਬਖਸ਼ ਸਿੰਘ ਵੀ ਉਹਦਾ ਨਾਂ ਸੀ, ਤੇ ਕਹਿੰਦੇ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਭਈ ਦੂਸਰੀ ਬੇਸਵਾਤ ਬੈ, ਹਾਂ ਕਹਿੰਦੇ ਦੂਜੀ ਜਿਹੜੀ ਉਹਦੀ ਘਰ ਵਾਲੀ ਸੀ ਉਹ ਵੇਸਵਾ ਬਣ ਗਈ ਸੀ ਇਸ ਦੂਜੇ ਜਨਮ ਵਿੱਚ। ਵਿਆਹੀ ਰਣ ਸਿੰਘ ਜਾਨੀ ਸਵੈ, ਕਹਿੰਦੇ ਉਹ ਰਣ ਸਿੰਘ ਨੇ, ਰਣਜੀਤ ਸਿੰਘ ਰਾਜੇ ਨੇ ਮੋਰਾ ਨਾਚੀ ਨੂੰ ਵਿਆਹਿਆ ਸੀ। ਕਹਿੰਦੇ ਸਾਰੇ ਹੀ ਇਹ ਗੱਲ ਜਾਣਦੇ ਆ। ਗੁਰ ਕੇ ਭਾਗ ਸਫਲ ਹੋਏ ਗਏ। ਹਾਂ ਹੁਣ ਦੇਖੋ ਕਿਵੇਂ ਪੱਕੀ ਮੋਹਰ ਲਾ ਰਿਹਾ ਹੈ ਜਿਹੜਾ ਰਲਾ ਪਾਉਣ ਵਾਲਾ। ਕਹਿੰਦਾ ਗੁਰ ਕੇ ਬਾਕ ਸਫਲ ਹੋਏ ਗਏ, ਗੁਰੂ ਦੇ ਕਹੇ ਹੋਏ ਬਚਨ ਸਫਲੇ ਹੋ ਗਏ। ਕਹਿੰਦਾ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਕਸੂਰ ਕੋਈ ਨਹੀਂ ਸੀ। ਇਹ ਤਾਂ ਕਹਿੰਦਾ ਮਹਾਰਾਜ ਨੇ ਜਿਹੜੇ ਬਚਨ ਕੀਤੇ ਸੀ ਉਹੀ ਸਫਲੇ ਹੋਏ। ਸੋ ਤ੍ਰੇਹਰੀ ਤਨ ਧਰ ਲਏ, ਹਾਂ ਕਹਿੰਦੇ ਮੈਂ ਉਹ ਇਸਤਰੀ ਦੇਖੀ ਹੈ ਜਿਹੜੀ ਨੇ ਸਰੀਰ ਧਾਰਨ ਕੀਤਾ। ਇੱਕ ਦਿਨ ਕਰਵਾਵਨ ਇੱਕ ਸਰਾਧਾ, ਸੋ ਕਹਿੰਦੇ ਇਸ ਪ੍ਰਕਾਰ ਕਹਿੰਦੇ ਇੱਕ ਦਿਨ ਸ਼ਰਾਧ ਕਰਾਉਣ ਦੇ ਵਾਸਤੇ ਗੁਰੂ ਘਰ ਦੇ ਵਿੱਚ ਸ਼ਰਾਧ ਇਤਿਆਦਿਕ ਇਹਨਾਂ ਵਸਤੂਆਂ ਦੀ ਸਖਤ ਤੌਰ ਤੇ ਮਨਾਹੀ ਹੈ। ਪਰ ਮੈਂ ਕਿਉਂਕਿ ਪਹਿਲਾਂ ਬੇਨਤੀ ਕੀਤੀ ਹੈ ਕਿ ਬਹੁਤ ਸਾਰਾ ਰਲਾ ਸਾਡੇ ਇਤਿਹਾਸਕ ਗ੍ਰੰਥਾਂ ਦੇ ਵਿੱਚ ਪਿਆ ਹੋਇਆ ਹੈ। ਸੋ ਇੱਥੇ ਕਵੀ ਨੇ ਇਸ ਪ੍ਰਸੰਗ ਨੂੰ ਸ਼ਰਾਧ ਦਾ ਪ੍ਰਸੰਗ ਕਰਕੇ ਲਿਖਿਆ ਹੈ। ਪਰ ਅਸਲ ਵਿੱਚ ਉਸ ਵੇਲੇ ਕੀ ਸੀ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸੱਚਖੰਡ ਜਾਣ ਦਾ ਦਿਹਾੜਾ ਨਾ ਉਹ ਗੁਰੂ ਘਰ ਦੇ ਵਿੱਚ ਮਨਾਇਆ ਗਿਆ। ਜਿਵੇਂ ਆਪਾਂ ਜੋਤੀ ਜੋਤ ਦਿਵਸ ਸਤਿਗੁਰੂ ਸਾਹਿਬਾਨਾਂ ਦੇ ਮਨਾਉਂਦੇ ਆ, ਇਸ ਪ੍ਰਕਾਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਮਨਾਉਣ ਦਾ ਜਿਹੜਾ ਦਿਨ ਸੀ, ਜਾਂ ਇੱਥੇ ਅਰਥਾਂ ਮੁਤਾਬਕ ਕਹਿ ਲਓ ਵੀ ਸ਼ਰਾਧ ਕਰਾਉਣ ਹਿੱਤ ਇਕੱਠੇ ਪੰਡਤ ਪਾਂਦਾ, ਕਹਿੰਦੇ ਸਾਰੇ ਪਾਂਧਿਆਂ ਨੂੰ ਪੰਡਤਾਂ ਨੂੰ ਇਕੱਠੇ ਕੀਤਾ, ਵਿਦਵਾਨਾਂ ਨੂੰ। ਧਰਮ ਸਾਧਕ ਭਇਓ ਸਮਾਜਾ, ਤੇ ਧਰਮ ਦਾ ਸ਼ਾਂਤੀ ਦੇ ਨਾਲ ਪੂਜਨ ਹੋਵੇ, ਧਰਮ ਦਾ ਵਰਤਾਰਾ ਸ਼ਾਂਤਪੂਰਵਕ ਵਰਤੇ, ਇਸ ਕਰਕੇ ਭਇਓ ਸਮਾਜਾ ਸਾਰੇ ਇਕੱਤਰ ਹੋ ਗਏ। ਅਨੇਕ ਮਿਲੇ ਨਰ ਕਾਜਾ, ਤੇ ਇਸ ਪ੍ਰਕਾਰ ਅਨੇਕਾਂ ਲੋਕ ਅਨੇਕਾਂ ਸੰਗਤਾਂ ਇਕੱਠੀਆਂ ਹੋ ਕੇ ਕੰਮਕਾਜ ਕਰਨ ਲੱਗੀਆਂ। ਸਤਿਗੁਰ ਦੀਨਸ ਦਾਨ ਮਹਾਨਾ, ਤੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਹੁਤ ਸਾਰਾ ਦਾਨ ਦਿੱਤਾ। ਹੁਣ ਇੱਥੇ ਅਰਥ ਬਣਦਾ ਵੀ ਜੇ ਬ੍ਰਾਹਮਣ ਪੰਡਤ ਇਕੱਠੇ ਕੀਤੇ ਤੇ ਉਹਨਾਂ ਨੂੰ ਦਿੱਤਾ, ਪਰ ਕੱਲ ਆਪਾਂ ਤੇ ਪਰਸੋਂ ਵੀ ਵਿਚਾਰਿਆ ਹੀ ਸੀ ਨਾ, ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਦਾਨ ਦਿਓ ਇਨਹੀ ਕੋ ਭਲੋ ਅਰ ਆਨ ਕੋ ਦਾਨ ਨਾ ਲਾਗਤ ਨੀ ਕੋ, ਕਿ ਮੈਂ ਤਾਂ ਆਪਣੇ ਖਾਲਸੇ ਨੂੰ ਸਿੱਖਾਂ ਨੂੰ ਹੀ ਦਾਨ ਬਖਸ਼ਿਸ਼ ਕਰਾਂਗਾ, ਹੋਰ ਬ੍ਰਾਹਮਣਾ ਪੰਡਤਾਂ ਨੂੰ ਇਹਨਾਂ ਨੂੰ ਮੈਂ ਦਾਨ ਦੇਣਾ ਛੱਡ ਦਿੱਤਾ ਹੈ, ਤੇ ਨਾ ਹੀ ਮੇਰਾ ਖਾਲਸਾ ਦੇਵੇਗਾ। ਪਰ ਇੱਥੇ ਕਹਿੰਦੇ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਬਹੁਤ ਮਹਾਨ ਦਾਨ ਪੁੰਨ ਕੀਤਾ। ਸਹਿਜਾ ਚਾਰ ਬਿਛੌਨੇ ਨਾਨਾ, ਹਾਂ ਚਾਰ ਨਾਮ ਹੈ ਸੁੰਦਰ ਦਾ, ਸੁੰਦਰ ਸੇਜਾ, ਸੁੰਦਰ ਬੈੱਡ ਪਲੰਗੇ ਔਰ ਵਿਛਾਉਣੇ, ਉਹਨਾਂ ਦੇ ਉੱਤੇ ਵਿਛਾਉਣ ਵਾਲੇ ਚੰਗੇ ਬਿਸਤਰੇ ਅਨੇਕਾਂ ਪ੍ਰਕਾਰ ਦੇ। ਜੇਵਰ ਬ੍ਰਿੰਦ ਦਏ ਮਰਦਾਨੇ, ਮਰਦਾਂ ਦੇ ਪਹਿਨਣ ਵਾਲੇ ਚੰਗੇ ਚੰਗੇ ਜਿਹੜੇ ਜੇਵਰ ਸਨ, ਆਭੂਖਣ ਸਨ। ਜਰੇ ਜਵਾਹਰ ਜਬਰ ਜਨਾਨੇ, ਤੇ ਇਸੇ ਪ੍ਰਕਾਰ ਕਹਿੰਦੇ ਹੀਰੇ ਜਵਾਹਰਾਤਾਂ ਦੇ ਨਾਲ ਜੜੇ ਹੋਏ ਜ਼ਬਰਦਸਤ ਜਿਹੜੇ ਗਹਿਣੇ ਸਨ, ਜਨਾਨਾ ਗਹਿਣੇ, ਇਸਤਰੀਆਂ ਦੇ ਪਹਿਨਣ ਵਾਲੇ। ਕੰਚਨ ਜੀਨ ਤੁਰੰਗ ਸਿੰਗਾਰੇ, ਕੰਚਨ ਸੋਨੇ ਦੀਆਂ ਜੀਨ ਕਾਠੀਆਂ ਦੇ ਸਮੇਤ ਤੁਰੰਗ ਘੋੜੇ ਸ਼ਿੰਗਾਰ ਕਰਕੇ। ਤਮ ਧੇਨ ਸਮਾਜ ਸਵਾਰੇ, ਤੇ ਉੱਤਮ ਕਿਸਮ ਦੀਆਂ ਜਿਹੜੀਆਂ ਧੇਨ ਗਊਆਂ ਸਨ, ਸੋ ਉਹ
ਸਾਰਿਆਂ ਦੇ ਵਿੱਚ ਵੰਡੀਆਂ। ਦਿਜ ਧਰਮਗ ਵਿਸਾਲ ਅਚਾਰੀ। ਤੇ ਜਿਹੜੇ ਦਿਜ ਸਨ ਵੱਡੇ ਵੱਡੇ ਮਹਾਤਮਾ ਸਨ, ਧਰਮਹੱਗ ਧਰਮ ਦੇ ਗਿਆਤਾ ਪੰਡਤ ਸਨ, ਸੋ ਉਹਨਾਂ ਸਾਰਿਆਂ ਨੂੰ ਪੰਡਤ ਜੇ ਜਾਣਤ ਵਿਦ ਸਾਰੀ। ਤੇ ਜਿਹੜੇ ਪੰਡਤ ਵਿਦਵਾਨ ਬ੍ਰਾਹਮਣ ਸਨ ਸਾਰੀ ਵਿਧੀ ਜਾਣਦੇ ਸਨ ਸ਼ਰਾਧਾਂ ਦੀ। ਬੈਠੇ ਬਹੁਤ ਗੁਰੂ ਕੇ ਪਾਸ। ਸਾਰੇ ਹੀ ਇਹ ਸਤਿਗੁਰੂ ਜੀ ਦੇ ਪਾਸ ਬੈਠੇ ਹਨ। ਪਰਸ ਪਰ ਬਾਦ ਪ੍ਰਕਾਸ਼। ਤੇ ਬੈਠੇ ਬੈਠੇ ਇਹ ਆਪਸ ਦੇ ਵਿੱਚ ਬਾਦ ਪ੍ਰਕਾਸ਼ ਕਰ ਰਹੇ ਆ, ਭਾਵ ਵਾਦ ਵਿਵਾਦ ਕਰ ਰਹੇ ਆ, ਆਪਸ ਵਿੱਚ ਕੋਈ ਸਲਾਹ ਮਸ਼ਵਰਾ ਕੋਈ ਵਿਚਾਰ ਚਰਚਾ ਕਰ ਰਹੇ ਹਨ। ਨੰਦ ਰਾਮ ਪੰਡਤ ਬੁੱਧਵੰਤਾ। ਇਹਨਾਂ ਦੇ ਵਿੱਚੋਂ ਜਿਹੜਾ ਨੰਦ ਰਾਮ ਨਾਂ ਦਾ ਪੰਡਤ ਸੀ ਨਾ, ਵਿਦਵਾਨ ਸੀ ਤੇ ਬਹੁਤ ਬੁੱਧਵੰਤਾ, ਬੜਾ ਹੀ ਬੁੱਧੀ ਦਾ ਮਾਲਕ, ਵਿਦਵਾਨ, ਪੜ੍ਹਿਆ ਲਿਖਿਆ ਸੀ। ਸਭ ਮੈਂ ਕਹਿਓ ਸਰਾਧ ਬਿਰਤੰਤਾ। ਉਹ ਸਾਰਿਆਂ ਦੇ ਵਿੱਚ ਹੁਣ ਇਹ ਸ਼ਰਾਧ ਦਾ ਵਰਤੰਤ ਕਹਿਣ ਲੱਗਿਆ, ਸ਼ਰਾਧ ਦੀ ਬਾਬਤ ਦੱਸਦਾ ਹੈ। ਪਿਤਰਨ ਕੋ ਨਹਿ ਪਹੁੰਚਤ ਕਬੈ। ਕਹਿਣ ਲੱਗਾ ਕਿ ਜਿਹੜੇ ਆ ਸ਼ਰਾਧ ਸ਼ਰੂਧ ਲੋਕ ਕਰਾਉਂਦੇ ਆ ਨਾ, ਇਹ ਪਿਤਰਾਂ ਨੂੰ ਨਹੀਂ ਪਹੁੰਚਦੇ ਕਦੇ। ਇਹ ਚਲੋ ਖੈਰ ਚੰਗੀ ਗੱਲ ਹੋਈ ਹੈ ਵੀ ਪ੍ਰਸੰਗ ਦੇ ਵਿੱਚ ਜਿਹੜੀ ਗੁਰਮਤਿ ਦੀ ਗੱਲ ਵੀ ਉਹਨਾਂ ਬ੍ਰਾਹਮਣਾਂ ਦੇ ਮੂੰਹੋਂ ਹੀ ਇਹ ਲਿਖਣ ਵਾਲੇ ਨੇ ਅਖਵਾ ਦਿੱਤੀ ਹੈ। ਤੇ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਵੀ ਕਲੀਅਰ ਕਰਨਗੇ, ਸਪਸ਼ਟ ਕਰਨਗੇ ਇਹਨੂੰ। ਹੈ ਤੇ ਭਾਵੇਂ ਸ਼ਰਾਧਾਂ ਵਾਲੀ ਮਨਮਤ ਦੀ ਗੱਲ ਹੈ, ਪਰ ਪ੍ਰਸੰਗ ਜਿਵੇਂ ਲਿਖਿਆ ਆਪਾਂ ਉਹਨੂੰ ਸਕਿਪ ਨਹੀਂ ਕੀਤਾ, ਅੱਖਰੀ ਅਰਥ ਕਰਦੇ ਜਾ ਰਹੇ ਹਾਂ। ਸੋ ਜਿਹੜਾ ਕਹਿਣ ਲੱਗੇ ਕਿ ਇਹ ਪਿਤਰਨ ਕੋ ਨਹਿ ਪਹੁੰਚਤ ਕਬੈ, ਕਹਿੰਦੇ ਪਿਤਰਾਂ ਨੂੰ ਨਹੀਂ ਪਹੁੰਚਦਾ ਕਦੇ ਵੀ। ਜਿਹੜਾ ਸ਼ਰਾਧ ਕਰਾਉਣੇ ਆ ਤੇ ਵੱਡਿਆਂ ਵਡੇਰਿਆਂ ਦੇ ਬਾਬਤ ਜੱਗ ਭੰਡਾਰੇ ਕਰਨੇ ਆ, ਕਹਿੰਦੇ ਇਹ ਉਹਨਾਂ ਪਿਤਰਾਂ ਨੂੰ, ਵੱਡੇ ਵਡੇਰਿਆਂ ਨੂੰ ਪਹੁੰਚਦਾ ਨਹੀਂ ਕਦੇ ਵੀ। ਜਿਮ ਜਗ ਵਿਖੇ ਕਰਤ ਨਰ ਸਭੈ। ਜਿਵੇਂ ਕਹਿੰਦੇ ਸੰਸਾਰ ਦੇ ਲੋਕ ਕਰਦੇ ਆ ਨਾ, ਸੰਸਾਰ ਦੇ ਵਿੱਚ ਉਹਨਾਂ ਦੀ ਵਿਧੀ ਠੀਕ ਨਹੀਂ, ਕਹਿੰਦਾ ਜਿਹੜੇ ਤਰੀਕੇ ਨਾਲ ਇਹ ਕਰਦੇ ਆ ਉਵੇਂ ਪਹੁੰਚਦਾ ਨਹੀਂ ਜਿਵੇਂ ਸੰਸਾਰ ਦੇ ਲੋਕ ਸਾਰੇ ਕਰਦੇ ਆ। ਨੰਦ ਰਾਮ ਕੇ ਬਾਤ ਸੁਣੇ ਜਬ। ਕਹਿੰਦੇ ਜਦੋਂ ਨੰਦ ਰਾਮ ਪੰਡਤ ਤੋਂ ਇਹ ਗੱਲ ਸੁਣੀ ਮੁਕਤ ਤੇ ਸਭ ਵਿਖੇ ਕਹੇ ਤਬ। ਤੇ ਉਸ ਵੇਲੇ ਸ਼ਵਾਏ ਮਾਨ ਮੁਖਾਰ ਬਿਨ ਤੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਸਭ ਦੇ ਸਨਮੁਖ ਆਖਿਆ। ਮਿਲ ਕੇ ਧਰਮ ਸ਼ਾਸਤਰਨ ਆਦ। ਕਹਿੰਦੇ ਭਾਈ ਜਿਹੜੇ ਧਰਮ ਸ਼ਾਸਤਰਨ ਆਦ ਤੋਂ ਲੈ ਕੇ, ਮੁੱਢ ਤੋਂ ਲੈ ਕੇ ਜਿਹੜੇ ਪੁਰਾਣ ਕੁਰਾਨ ਜਿਹੜੇ ਲਿਖੇ ਹੋਏ ਆ ਨਾ ਤੁਹਾਡੇ, ਇਹ ਸ਼ਾਸਤਰ ਇਤਿਆਦਿਕ ਖਟ ਸ਼ਾਸਤਰ 18 ਪੁਰਾਣ, ਸੋ ਇਹਨਾਂ ਦੇ ਵਿੱਚ ਜਿਸ ਤਰ੍ਹਾਂ ਲਿਖਿਆ ਹੈ, ਨਿਰਣੈ ਕਾਰਨ ਕਰਿਓ ਸੰਵਾਦ। ਸਤਿਗੁਰੂ ਜੀ ਕਹਿੰਦੇ ਨਿਰਣਾ ਕਰਕੇ ਦੱਸੋ ਭਾਈ, ਵਿਚਾਰ ਕੇ ਦੱਸੋ, ਸੰਵਾਦ ਕਰਕੇ, ਆਪਸ ਵਿੱਚ ਵਿਵਾਦ ਨਹੀਂ ਕਰਨਾ। ਸੰਵਾਦ ਕਰਨਾ ਇੱਕ ਤਾਂ ਹੁੰਦਾ ਵਿਵਾਦ, ਉਹ ਬਸ ਆਪਣੀ ਗੱਲ ਨੂੰ ਮੁੱਖ ਰੱਖ ਕੇ ਤੇ ਝਗੜਾ ਕਰੀ ਜਾਣਾ। ਸੰਵਾਦ ਹੁੰਦਾ ਪਰਸਪਰ ਵਿਚਾਰ, ਆਪਣੀ ਕਰਨੀ ਤੇ ਦੂਜੇ ਦੀ ਸੁਣਨੀ। ਕਹਿੰਦੇ ਇਸ ਪ੍ਰਕਾਰ ਭਾਈ ਤੁਸੀਂ ਸੰਵਾਦ ਕਰਕੇ ਨਿਰਣਾ ਕਰੋ। ਆਇਸ ਤੇ ਬੋਲਤ ਭਏ। ਉਸ ਵੇਲੇ ਸਤਿਗੁਰੂ ਜੀ ਦੀ ਆਗਿਆ ਲੈ ਕੇ ਫਿਰ ਬੋਲਣ ਲੱਗੇ। ਸ਼ਾਸਤਰਨ ਕੇ ਪ੍ਰਮਾਣ ਬਹੁਦਏ। ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਦੇ, ਸ਼ਾਸਤਰਾਂ ਦੇ ਇਹਨਾਂ ਨੇ ਪ੍ਰਮਾਣ ਦਿੱਤੇ, ਹਵਾਲੇ ਦਿੱਤੇ। ਮਲ ਮਾਸ ਨਖਿਦੈ ਕਹਿਓ। ਕਹਿਣ ਲੱਗੇ ਕਿ ਸਾਰਿਆਂ ਤੋਂ ਪਹਿਲਾਂ ਤਾਂ ਕਹਿੰਦੇ ਮਲ ਮਾਸ, ਇਹ ਜਿਹੜਾ ਮੈਲਾਪੁਣਾ ਹੈ, ਸੋ ਸਵੱਛਤਾ ਹੋਣੀ ਚਾਹੀਦੀ ਹੈ ਜੱਗ ਕਰਾਉਣ ਵਾਲਾ, ਔਰ ਮਾਸ ਨਿਖੇਧੈ ਕਿਉ, ਪਵਿੱਤਰਤਾ ਹੋਣੀ ਚਾਹੀਦੀ ਹੈ ਤੇ ਮਾਸ ਦਾ ਤਿਆਗ ਕਰਨਾ ਦੱਸਿਆ ਸ਼ਾਸਤਰਾਂ ਨੇ। ਬੁੱਧ ਪਛ ਕੋ ਨਿਚੈ ਭਇਓ। ਤੇ ਕਹਿੰਦੇ ਸ਼ੁੱਧ ਪੱਖ ਹੋਣਾ ਚਾਹੀਦਾ ਹੈ, ਸ਼ੁੱਧ ਪੱਖ ਹੋਣਾ ਚਾਹੀਦਾ। ਉਸ ਵੇਲੇ ਮਲ ਮਾਸ ਦਾ ਅਰਥ ਗੁਰਮੁਖ ਪਿਆਰਿਓ ਹੋਰ ਵੀ ਬਣਦਾ, ਤਬ ਮਲ ਮਾਸ ਨਿਖੇਧੈ ਕਹਿਓ। ਜਿਵੇਂ ਇਹ ਸਾਲ ਦੇ ਮਹੀਨੇ ਚੱਲਦੇ ਆ ਨਾ, ਚੰਦਰਮਾ ਵਾਲੇ, ਥਿੱਤਾਂ ਵਾਲੇ ਜਿਹੜੇ ਐ, ਚਾਨਣਾ ਪੱਖ, ਹਨੇਰਾ ਪੱਖ ਜਿਹੜਾ ਚੱਲਦਾ ਹੈ, ਇਹਦੇ ਮੁਤਾਬਕ ਨਾ ਸਾਲ ਦੇ ਵਿੱਚ 12 ਕੁ ਦਿਨ ਸੂਰਜੀ ਸਾਲ ਦੇ ਨਾਲੋਂ ਘਟ ਜਾਂਦੇ ਆ। ਸੋ ਇਹ 3 ਸਾਲਾਂ ਵਿੱਚ 36 ਦਿਨਾਂ ਦਾ, ਤਕਰੀਬਨ ਮਹੀਨੇ ਤੋਂ ਜ਼ਿਆਦਾ ਦਿਨਾਂ ਦਾ ਫਰਕ ਪੈ ਜਾਂਦਾ ਹੈ। ਤੇ ਤੀਜੇ ਸਾਲ ਫਿਰ ਇੱਕ ਇਹ ਜਿਹੜਾ ਚੰਦਰਮਾ ਦਾ ਸਾਲ ਹੁੰਦਾ, ਉਹਦੇ ਵਿੱਚ 13ਵਾਂ ਮਹੀਨਾ ਬਣਾ ਦਿੱਤਾ ਜਾਂਦਾ ਹੈ। ਸ਼ਾਇਦ ਤੁਹਾਨੂੰ ਪਤਾ ਹੋਵੇਗਾ ਇਸ ਗੱਲ ਦਾ ਕਿ 13ਵਾਂ ਮਹੀਨਾ ਉਹਦੇ ਵਿੱਚ ਬਣਾ ਦਿੱਤਾ ਜਾਂਦਾ ਹੈ। ਸੋ ਉਹ ਕਈ ਵਾਰ 2-2 ਸੰਗਰਾਂਦਾਂ ਆ ਜਾਂਦੀਆਂ, ਕਈ ਵਾਰੀ 2 ਚੇਤ ਬਣਾ ਦਿੰਦੇ ਆ, 2 ਅੱਸੂ ਬਣਾ ਦਿੰਦੇ ਆ, ਇਸ ਪ੍ਰਕਾਰ ਕਰਕੇ ਇੱਕ 13ਵਾਂ ਮਹੀਨਾ ਬਣਾ ਦਿੰਦੇ ਆ। ਇਹ 13ਵੇਂ ਮਹੀਨੇ ਨੂੰ ਕਿਹਾ ਜਾਂਦਾ ਮਲ ਮਾਸ। ਮਲ ਮਾਸ ਕਹਿੰਦੇ ਜਦੋਂ ਮਲ ਮਾਸ ਹੋਵੇ ਨਾ, ਉਹਦੇ ਵਿੱਚ ਨਿਖੇਧ ਕੀਤਾ ਗਿਆ। ਮਲ ਮਾਸ ਦੇ ਸਮੇਂ ਦੇ ਵਿੱਚ
ਉਸ ਮਹੀਨੇ ਦੇ ਵਿੱਚ ਸ਼ਰਾਧ ਨਹੀਂ ਕਰਨੇ ਚਾਹੀਦੇ। ਔਰ ਸ਼ੁੱਧ ਪੱਖ ਕੋ ਨਿਸ਼ਚੈ ਭਇਓ, ਸ਼ੁੱਧ ਪੱਖ ਦੇ ਵਿੱਚ ਹੀ, ਚਾਹੇ ਉਹ ਚਾਨਣਾ ਪੱਖ ਹੈ ਚਾਹੇ ਹਨੇਰਾ ਪੱਖ ਹੈ, ਜਿਹੜੇ ਸ਼ੁੱਧ ਮਹੀਨੇ ਹੈ ਉਹਨਾਂ ਦੇ ਵਿੱਚ ਸ਼ਰਾਧ ਕਰਨਾ ਚਾਹੀਦਾ ਹੈ, ਮਲ ਮਾਸ ਵਿੱਚ ਨਹੀਂ ਕਰਨਾ ਚਾਹੀਦਾ। ਸਿੱਖ ਟਿਕ ਸੁਣਦੇ ਰਹੇ। ਉਸ ਵੇਲੇ ਇਹਨਾਂ ਬ੍ਰਾਹਮਣਾਂ ਪੰਡਤਾਂ ਦੀਆਂ ਜਿਹੜੀਆਂ ਗੱਲਾਂ ਨੇੜੇ ਬੈਠੇ ਸਾਰੇ ਸਿੱਖ ਵੀ ਸੁਣ ਰਹੇ ਹਨ। ਸਭ ਦਿਨ ਕੋ ਸਤਿਗੁਰ ਕਹੇ। ਸਤਿਗੁਰ ਸੱਚੇ ਪਾਤਸ਼ਾਹ ਉਸ ਵੇਲੇ ਸਾਰੇ ਦਿਜਾਂ ਨੂੰ ਬ੍ਰਾਹਮਣਾਂ ਨੂੰ ਕਹਿਣ ਲੱਗੇ, ਨਿਰਵਾਦ ਭਇਓ ਸੰਵਾਦ। ਕਹਿੰਦੇ ਭਾਈ ਜਿਵੇਂ ਨਿਰਵਾਦ ਤੁਹਾਡਾ ਇਹ ਸੰਵਾਦ ਕਿਸੇ ਨਿਰਣੇ ਤੇ ਪਹੁੰਚਿਆ ਨਾ, ਕਿਸੇ ਨਤੀਜੇ ਤੇ ਪਹੁੰਚਿਆ ਹੈ। ਬਿਰਧ ਆਸੀ ਵਿਦ ਆਦ। ਹਾਂ ਕਹਿੰਦੇ ਫਿਰ ਉਹ ਵਿਧੀ ਦੱਸੋ ਵੀ ਜਿਹੜੀ ਚੰਗੀ ਵਿਧੀ ਹੈ, ਚੰਗੇ ਤਰੀਕੇ ਦੇ ਨਾਲ ਸਾਨੂੰ ਦੱਸੋ ਕਿ ਮੁੱਢ ਤੋਂ ਇਹ ਕੀ ਹੈ ਅਸਲ ਵਿਧੀ, ਵੀ ਕਿਵੇਂ ਸ਼ਰਾਧ ਕਰਨਾ ਚਾਹੀਦਾ ਹੈ। ਜਿਸਦੇ ਪਿਤਰਨ ਕੋ ਪਹੁੰਚੰਤ। ਜਿਹਦੇ ਕਰਕੇ ਪਿਤਰਾਂ ਨੂੰ ਭੋਜਨ ਜਿਹੜਾ ਸ਼ਰਾਧ ਕੀਤਾ ਹੋਇਆ ਪਹੁੰਚ ਜਾਵੇ। ਮੈਂ ਅਬ ਨਿਰਣੈ ਕਰੋ ਮਤੰਤ। ਕਹਿੰਦੇ ਸੋ ਅਬ ਨਿਰਣੈ ਕਰੋ ਮਤੰਤ, ਕਹਿੰਦੇ ਉਹਦਾ ਨਿਰਣਾ ਕਰੋ, ਉਹਦਾ ਮਤੰਤ ਕਰਕੇ, ਉਹਦਾ ਜਿਹੜੇ ਮਤਾਂ ਦੇ ਵਿੱਚੋਂ ਤੁਹਾਡੀਆਂ ਵਿਚਾਰਾਂ ਵਿੱਚੋਂ ਅੰਤਮ ਸਮੇਂ ਜਿਹੜੀ ਗੱਲ ਨਿਕਲੀ ਆ ਨਾ, ਸੋ ਕਹਿੰਦੇ ਉਹਦਾ ਨਿਰਣਾ ਕਰ ਦਿਓ। ਸੋ ਇੱਥੋਂ ਤੱਕ ਜਿਹੜਾ ਇਹ ਪ੍ਰਸੰਗ ਦੀ 17ਵੇਂ ਅੰਸੂ ਦੀ ਸਮਾਪਤੀ ਹੈ। 18ਵਾਂ ਅੰਸੂ ਅੱਗੇ ਆਰੰਭ ਹੋ ਰਿਹਾ ਤੇ ਅੱਗੇ ਜਿਵੇਂ ਜਿਵੇਂ ਇਹ ਬ੍ਰਾਹਮਣ ਸਾਰੇ ਇਹ ਸ਼ਰਾਧ ਦੀ ਮਰਿਆਦਾ ਦੱਸਣਗੇ ਤੇ ਅੰਤਮ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਕੀ ਉਪਦੇਸ਼ ਦੇਣਗੇ ਕਿ ਇਹਨਾਂ ਸ਼ਰਾਧਾਂ ਵਗੈਰਾ ਤੋਂ ਕਿਵੇਂ ਬਚਣਾ ਹੈ ਤੇ ਇਹਨਾਂ ਸ਼ਰਾਧਾਂ ਵਗੈਰਾ ਦੀ ਗੁਰਮਤਿ ਵਿੱਚ ਕੋਈ ਜਗ੍ਹਾ ਨਹੀਂ। ਸੋ ਇਹ ਆਪਾਂ ਪ੍ਰਸੰਗ ਅੱਗੇ ਕੱਲ ਨੂੰ 18ਵੇਂ ਅੰਸੂ ਦੇ ਵਿੱਚ ਸ਼ਰਾਧ ਨਿਰਣੈ ਜੋ ਸਿਰਲੇਖ ਹੇਠ ਹੈ ਇਹ ਆਪਾਂ ਸਰਵਣ ਕਰਾਂਗੇ। ਆਓ ਹੁਣ ਆਪਾਂ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਇੱਥੇ ਸਮਾਪਤੀ ਵਿੱਚ ਸ਼ਾਮਲ ਹੋਈਏ ਜੀ। ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ ਜੋ ਗੁਰਮਤਿ ਦਾ ਉਪਦੇਸ਼ ਹੈ ਸਾਡੇ ਹਿਰਦਿਆਂ ਵਿੱਚ ਵਸੇ। ਜੇ ਕੋਈ ਮਨਮਤ ਦਾ ਵਚਨ ਕਿਹਾ ਗਿਆ ਹੋਵੇ ਜਾਂ ਪ੍ਰਸੰਗ ਦੇ ਮੁਤਾਬਕ ਵਿੱਚ ਜਿਹੜੀਆਂ ਕਈ ਮਨਮਤੀ ਗੱਲਾਂ ਸੋ ਉਹਨਾਂ ਨੂੰ ਆਪਾਂ ਨੇ ਛੱਡ ਦੇਣਾ। ਜਿਵੇਂ ਹੰਸ ਆ ਨਾ ਤੇ ਉਹ ਦੁੱਧ ਦੇ ਵਿੱਚ ਆਪਣੀ ਚੁੰਝ ਪਾ ਦੇਵੇ ਤੇ ਆਪਣੀ ਖਟਾਸ ਦੇ ਨਾਲ ਫੁੱਟੀਆਂ ਵੱਖਰੀਆਂ ਕਰ ਲੈਂਦਾ ਹੈ ਤੇ ਜਲ ਵੱਖਰਾ ਹੋ ਜਾਂਦਾ, ਪਾਣੀ ਵੱਖਰਾ ਰਹਿਣ ਦਿੰਦਾ ਹੈ। ਇਸੇ ਤਰ੍ਹਾਂ ਆਪਾਂ ਤੱਤ ਵਸਤੂ ਨੂੰ ਜੋ ਸ਼ੁੱਧ ਇਤਿਹਾਸ ਸਤਿਗੁਰਾਂ ਦਾ ਗੁਰਮਤਿ ਦੀ ਮਰਿਆਦਾ ਦੇ ਮੁਤਾਬਕ ਬਚਨ ਹੈ ਉਹਨੂੰ ਧਾਰਨ ਕਰਨਾ ਹੈ ਤੇ ਬਾਕੀ ਮਨਮਤ ਨੂੰ ਇਹ ਛੱਡ ਦੇਣਾ ਹੈ ਕਿ ਚਲੋ ਇਹ ਜਿਸ ਤਰ੍ਹਾਂ ਦਾ ਵੀ ਹੈ ਸੋ ਉਹਦੇ ਮੁਤਾਬਕ ਆਪਾਂ ਨੂੰ ਗੁਰਮਤਿ ਦੇ ਬਚਨਾਂ ਨੂੰ ਹੀ ਧਾਰਨ ਕਰਨਾ ਚਾਹੀਦਾ ਹੈ। ਜਿਸ ਦੇ ਪਿਤਰਨ ਕੋ ਪਹੁੰਚੰਤ ਸੋ ਅਬ ਨਿਰਣੈ ਕਰੋ ਮਤੰਤ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समर्थ आगम पूरन मोहे मया, अंधकूप महाभयान नानक पार उतार। वाहिगुरु जी का खालसा वाहिगुरु जी की फतेह।